ਇੱਥੇ ਅਮਰੀਕਾ डजंट मैटर रिटायर नहीं होए अफसर रहे हैं और ਅਸੀਂ मतलब सलूट कर गए और देश कौम ਦਾ ਰਖਵਾਲਾ ਰਿਹਾ ਹੈ ਸਲੂਟ ਤਾਂ ਕਰਦੇ ਆ ਹਾਂ। ਜੀ ਦੇਸ਼ ਕੌਮ ਦਾ ਰਾਖਾ ਮੈਂ ਕਹਿੰਦਾ ਪਰ ਇਹਨੂੰ ਟੀਵੀ ਤਾਂ ਸਾਂਭਣੀ ਨਹੀਂ ਆਈ बी क्वाइट प्लीज शट अप सॉरी टू से दैट ਲੋਕਾਂ ਦੀ ਸਾਡੀ ਜਿਹੜੀ ਉਹ ਕੌਮ ਹੈਗੀ ਕਰ ਲੂਗਾ ਡਿਵਾਈਡਡ ਐਕਚੁਅਲੀ ਸਾਰੇ ਦੇ ਬਾਇਸਸ ਹੈਗੇ ਨੇ ਯੂ نو ਆਈ ਡੋਨਟ ਨੋ ਵੈਦਰ don't say that don't say to my caller that way please excuse me ਨਹੀਂ ਪਰ ਕਿੱਦਾਂ ਇਦਾਂ ਦੇ ਬੰਦੇ ਜਾਣੇ ਕਿ ਮੈਨੂੰ ਤਾਂ ਇਦਾਂ ਦੇ ਬੰਦੇ 에ਅਰ ਤੇ ਨਹੀਂ ਹੋਣੇ ਚਾਹੀਦੇ क्यों नहीं चाहिए they have rights to call me please stop ਦੂਜੇ it ਪਾਸੇ ਲਿਆ ਨਾ ਗੱਡੀ ਦੂਜੇ ਪਾਸੇ ਵੀ ਕਾਰ ਕਰਾ ਨਾ ਤੁਸੀਂ ਮੈਨੂੰ ਡਿਕਟੇਟ ਨਹੀਂ ਕਰ ਸਕਦੇ ਮੈਨੂੰ ਤੁਸੀਂ ਡਾਇਰੈਕਸ਼ਨ ਨਹੀਂ ਦੇ ਸਕਦੇ ਐਡਵਾਈਸ ਦੇ ਸਕਦੇ ਹੋ ਸਰ ਇਲੈਕਸ਼ਨ ਨਹੀਂ ਇੱਕੋ ਬੰਦਾ ਕਿਉਂ ਫੜ ਕੇ ਲਿਆਂਦਾ ਦੂਜੇ ਪਾਸੇ ਲਿਆਵੇ ਬੰਦੇ ਨੂੰ ਅਕਲ ਹੀ ਨਹੀਂ ਗੱਲ ਕਰਨ ਦੀ ਤੁਸੀਂ ਕਿਉਂ ਸ਼ਬਦ ਵਰਤਦੇ ਹੋ ਐਸੇ ਗੱਲ ਦੇਖੋ ਤੁਸੀਂ ਉਹ ਲੜਕੀ 에ਅਰਪੋਰਟ ਤੇ ਆਈ ਆ ਉਹ ਬਾਈ ਪਹਿਲਾਂ ਇਹਦੇ ਮਾਪਿਓ ਕੋਲੇ ਤਾਂ ਘਰ ਹੋਣਾ ਨਾ ਆਪਣੇ ਕੋਈ ਵੀ ਆਪਣੇ ਚ ਫੈਮਿਲੀ ਮੈਂਬਰ ਐਡ ਹੁੰਦਾ ਉਹਨੂੰ ਆਪਾਂ ਪਹਿਲਾਂ ਆਪਦੇ ਘਰੇ ਲੈ ਕੇ ਜਾਂਦੇ ਆ ਸਾਰੇ ਰੀਤੀ ਰਿਵਾਜ ਕਰਦੇ ਆ ਪਹਿਲੇ ਦਿਨ ਹੀ ਹੋਟਲ ਬੁੱਕ ਹਨਾ ਨਹੀਂ ਮੰਮੀ ਡੈਡੀ ਤੁਹਾਡੇ ਡੈਡੀ ਹੈ ਨਹੀਂ ਕਿ ਮੰਮੀ ਤੁਹਾਡੇ ਇੰਡੀਆ ਹੈ ਆਪਣੇ ਗੁਰਵਿੰਦਰ ਉਹ ਸਾਰੇ ਇੰਡੀਆ ਨੇ ਇੰਡੀਆ ਕੋਈ ਵੀ ਨਹੀਂ ਇੱਥੇ ਕੈਨੇਡਾ ਵਿੱਚ ਕੋਈ ਅਮਰੀਕਾ ਵਿੱਚ ਕੋਈ ਨਹੀਂ ਇਹਨਾਂ ਨੇ ਘਰ ਲੈਣਾ ਸੀ ਵਾਈਫਾਈ ਨਾਲ ਕੇ ਨਹੀਂ ਬਾਕੀ ਮੇਰੀ ਵਾਈਫ ਨੇ ਕਿਹਾ ਸੀ ਕਿ ਮੇਰੇ ਆਉਣ ਤੱਕ ਰੁਕੀ ਤੇ ਆਪਾਂ ਇਕੱਠੇ ਕਰ ਲਵਾਂਗੇ ਨਹੀਂ ਇਹਨਾਂ ਕੋ ਕੋਈ ਘਰ ਨਹੀਂ ਸੀਗਾ ਇਹ ਜੌਬ ਹੀ ਕਰਦੇ ਸੀਗੇ ਮਿਲਟਰੀ ਦੇ ਵਿੱਚ ਔਰ ਇਹਨਾਂ ਨੇ ਘਰ ਲੈਣਾ ਸੀ ਵਾਈਫ ਆਈਟ ਬਾਕੀ ਸਾਹਿਬ ਜੀ ਇੱਕ ਗੱਲ ਤੁਸੀਂ ਵੀ ਨੋਟ ਕਰਿਓ ਸਿੱਧੂ ਸਾਹਿਬ ਇਹ ਗੱਲ ਨੋਟ ਕਰਿਓ ਇਹ ਪਾਸੇ ਹੋ ਹੀ ਨਹੀਂ ਸਕਦਾ ਨਾ ਕਿ ਬੰਦੇ ਨੇ ਕੋਈ ਰੈਂਟ ਤੇ ਹੁਣ ਤੱਕ ਮਿਲਟਰੀ ਜੌਬ ਕਰਦਾ ਰੈਂਟ ਤੇ ਜਾਂ ਫਿਰ ਆਪਦਾ ਘਰ ਨਾ ਲਿਆ ਹੋਵੇ ਚਲੋ ਇਹ ਬਾਅਦ ਦੀ ਗੱਲ ਆ ਦੂਸਰੀ ਗੱਲ ਬਾਕੀ ਸਾਹਿਬ 에ਅਰਪੋਰਟ ਤੇ ਉਤਰਨ ਅਨੁਸਾਰ ਕੋਈ ਏਦਾਂ ਬਿਹੇਵੀਅਰ ਇੱਕੋ ਦਮ ਨਹੀਂ ਕਰ ਸਕਦਾ ਮੇਰੀ ਮਾੜੀ ਜੀ ਗੱਲਬਾਤ ਸਾਹਿਬ ਪੂਰੀ ਹੋ ਲੈਣ ਦਿਓ ਜਿਹੜਾ ਵਿਆਹ ਤੋਂ 2 ਸਾਲ ਬਾਅਦ ਬੰਦਾ ਆਉਂਦਾ ਉਹਨੂੰ ਮਿਲਦਾ 10 ਸਾਲ ਦਾ ਗ੍ਰੀਨ ਕਾਰਡ ਜਿਹੜਾ ਪਹਿਲਾਂ ਆਉਂਦਾ ਉਹਨੂੰ ਮਿਲਦਾ 2 ਸਾਲ ਦਾ ਗ੍ਰੀਨ ਕਾਰਡ ਦੂਸਰੀ ਗੱਲ ਜਿਹੜਾ ਬੰਦਾ ਪਹਿਲਾਂ ਡਿਵੋਰਸ ਫਾਈਲ ਕਰਦਾ ਜੋ ਲੜਕੀ ਪਹਿਲਾਂ ਡਿਵੋਰਸ ਫਾਈਲ ਕਰਦੀ ਤਾਂ ਆਬਵੀਅਸਲੀ ਉਹਨੂੰ ਡਿਪੋਰਟ ਹੋਣਾ ਪੈਣਾ ਜੋ ਨਹੀਂ ਫਾਈਲ ਕਰਦੀ ਜਾਂ ਇਹ ਬ੍ਰਦਰ ਪਹਿਲਾਂ ਨਹੀਂ ਫਾਈਲ ਕਰਦਾ ਤੇ ਉਹਨੂੰ ਕੋਈ ਡਿਪੋਰਟ ਨਹੀਂ ਕਰ ਸਕਦਾ ਬਿਕੋਜ਼ ਇਹ ਰੀਜ਼ਨ ਕਿਉਂਕਿ ਉਹ 2 ਸਾਲ ਬਾਅਦ ਇੱਥੇ ਆਈ ਆ ਜੇ ਪਹਿਲਾਂ ਆਈ ਹੁੰਦੀ ਫਿਰ ਇਹਨਾਂ ਦੀ ਪਰਮਿਸ਼ਨ ਨਾਲ ਉਹਨੂੰ 10 ਸਾਲ ਦਾ ਗ੍ਰੀਨ ਕਾਰਡ ਮਿਲਣਾ ਸੀ ਦੂਸਰੀ ਗੱਲ ਬਸ ਉਹ 14 ਦਿਨ ਪੂਰੇ ਉਹਨੇ ਕਿਉਂ ਕਰੇ ਆ ਕਿਉਂਕਿ ਇੱਥੇ ਕੰਪਲਸਰੀ ਆ ਤੁਸੀਂ 14 ਦਿਨ ਜੇ ਆਪਦੇ ਪੂਰੇ ਕਰਕੇ ਘਰੋਂ ਜਾਂਦੇ ਹੋ ਤਾਂ ਤੁਹਾਡਾ ਕੇਸ ਚੱਲੂਗਾ ਰਾਈਟ ਵੇ ਤੁਹਾਨੂੰ ਕੋਈ ਡਿਪੋਰਟ ਨਹੀਂ ਕਰ ਸਕਦਾ ਠੀਕ ਹੈ ਜੀ ਪਰ ਇਹਦੇ ਵਿੱਚ ਬਸ ਸਾਹਿਬ ਕੁਛ ਨਾ ਕੁਛ ਖੁਸ਼ੀ ਹੈਗਾ ਕਿਉਂਕਿ 에ਅਰਪੋਰਟ ਤੇ ਜਹਾਜ਼ ਉੱਤਰਨ ਸਾਰ ਇੱਕੋ ਦਮ ਏਦਾਂ ਦਾ ਬਿਹੇਵੀਅਰ ਹੋਣਾ ਜਿੱਥੇ ਤੁਹਾਨੂੰ ਕੋਈ ਜਾਣਦਾ ਨਹੀਂ ਠੀਕ ਆ ਤੁਸੀਂ ਕਿੱਥੇ ਜਾਓਗੇ 에ਅਰਪੋਰਟ ਤੋਂ ਨਿਕਲ ਕੇ ਆਏ ਮੁਲਕ ਚ ਆ ਕੇ ਜ਼ਰੂਰੀ ਆ ਬਸ ਆਪ ਗੌਰ ਕਰਿਓ ਇਹ ਗੱਲ ਤੇ ਪਲੀਜ਼ ਇੱਕੋ ਦੂਸਰੇ ਪੱਖ ਨਾ ਸੁਣੇ ਬਿਨਾ ਉਹਦਾ ਕੋਈ ਐਕਸ਼ਨ ਨਾ ਲਿਓ ਪਲੀਜ਼ ਕੋਈ ਪਾਸਪੋਰਟ ਤੇ ਜਾਂ ਕੁਝ ਹੋਰ ਦੂਸਰੀ ਸਾਈਡ ਸੁਣ ਕੇ ਫੇਰ ਐਕਸ਼ਨ ਲਿਓ ਥੈਂਕਸ ਸਰ ਨੈਕਸਟ ਕਾਲ ਪਲੀਜ਼ ਹਾਂਜੀ ਨੰਬਰ 4 ਕਾਲ ਸਰ ਠੀਕ ਹੈ ਬਸਿਆ ਜੀ ਭਾਜੀ ਮੈਂ ਅੱਛਾ ਵੀਰ ਨੂੰ ਪੁੱਛਣਾ ਚਾਹੁੰਦਾ ਬਾਈ ਨੂੰ ਵੀ ਇਹਨਾਂ ਦੀ ਉਮਰ ਕਿੰਨੀ ਆ ਹੁਣ ਕਿੰਨੀ ਉਮਰ ਆ ਬਾਈ ਤੇਰੀ 39 ਬਾਈ ਪੰਜਾਬੀ ਚ ਦੱਸ ਤੂੰ ਪੰਜਾਬੀ ਚੈਨਲ ਤੇ ਆਇਆ 39 ਸਾਲ ਤੇ 48 ਸਾਲ ਦੀ ਏਜ ਵਿੱਚ ਤੁਸੀਂ ਇੰਡੀਆ ਕਿੰਨੇ ਵਾਰੀ ਗਏ 39 ਸਾਲ 45 ਸਾਲ 45 ਸਾਲ ਨਹੀਂ 39 39 ਓਕੇ ਪੰਜਾਬੀ ਚ ਮੈਂ ਪੁੱਛਦਾ ਕਿੰਨੇ ਵਾਰੀ ਇੰਡੀਆ ਗਿਆ ਬਾਈ ਤੂੰ ਮੈਂ ਪਿਛਲੇ 10 ਸਾਲਾਂ ਚ 21 ਵਾਰ ਗਿਆ ਮੈਂ ਇੰਡੀਆ 3 ਸਾਲ 10 ਸਾਲਾਂ ਤੋਂ ਇੱਕ ਵਾਰ ਤੇ ਤੇਰੇ ਲਾਈਫ ਦੇ ਵਿੱਚ ਕੋਈ ਜੱਟ ਚਾਹੇ ਕੋਈ ਮਜ਼੍ਹਬੀ ਸਿੱਖਾਂ ਦਾ ਮੁੰਡਾ ਸੀ ਯਾਰੀ ਸੀ ਤੇਰੀ ਗਏ ਨਾ ਜੱਟਾਂ ਦੇ ਮੁੰਡੇ ਨਾਲ ਚਾਹੇ ਮਜ਼੍ਹਬੀ ਸਿੱਖਾਂ ਦੇ ਮੁੰਡੇ ਨਾਲ ਨਹੀਂ ਸ਼ੈਡਿਊਲ ਕਾਸਟ ਮੁੰਡੇ ਜਿਹੜੇ ਹਿੰਦੂ ਹੈਗੇ ਹੀ ਉਹਨਾਂ ਨਾਲ ਮੇਰੀ ਯਾਰੀ ਹੈਗੀ ਆ ਮੁਕੇਸ਼ ਕੁਮਾਰ ਭਾਈ ਤੇਰੀ ਪ੍ਰੋਬਲਮ ਵੀ ਤੇਰੀ ਇੱਥੇ ਆਈ ਆ ਕਿਉਂਕਿ ਤੂੰ ਤਾਰਾਂ ਹੀ ਗਲਤ ਪਾਸੇ ਜੁੜੀ ਫਿਰਦਾ ਠੀਕ ਹੈ ਨਾ ਇਹ ਬਹੁਤ ਮਾਨ ਸਨਮਾਨ ਨਾਲ ਰੱਖਣੀਆਂ ਪੈਂਦੀਆਂ ਜਿਹੜੀ ਜੱਟ ਬਰਾਦਰੀ ਤੈਨੂੰ ਮੈਂ ਗੱਲ ਦੱਸ ਦਿਆਂ ਤੇਰੀਆਂ ਤਾਰਾਂ ਹੀ ਗਲਤ ਜੁੜੀਆਂ ਠੀਕ ਆ ਗਲਤੀ ਤੇਰੀ ਆ ਇਹ ਜਿਹੜਾ ਤੂੰ ਕੰਮ ਕੀਤਾ ਆ ਤੈਨੂੰ ਮੈਂ ਗੱਲ ਦੱਸ ਦਿਆਂ ਜਿਹੜੀ ਚੀਜ਼ ਬਾਰੇ ਪਤਾ ਹੀ ਨਹੀਂ ਉਹਦੇ ਤੇ ਤੁਸੀਂ ਕਿੱਦਾਂ ਬਿਲੀਵ ਕਰ ਸਕਦੇ ਹੋ ਜਦੋਂ ਤੈਨੂੰ ਪਤਾ ਤੂੰ ਇਹ ਚੀਜ਼ ਬੋਲੀ ਕਿ ਮੈਂ ਫਿਜ਼ੀਕਲ ਵਿਆਹ ਤੋਂ ਪਹਿਲਾਂ ਉਹਦੇ ਨਾਲ ਰਿਲੇਸ਼ਨ ਬਣਾਏ ਰਾਈਟ ਬਣਾਏ ਤੂੰ ਹਾਂ ਕੁੜੀ ਨੇ ਮੈਨੂੰ ਲਾਈਕ ਕਿਹਾ ਯੂ ਵਾਂਟ ਟੂ ਹਗ ਮੀ ਹਾਂ ਤੇ ਤੂੰ ਸੈਟੀਸਫਾਈ ਨਹੀਂ ਹੋਇਆ ਤੂੰ ਕਿਹਾ ਵੀ ਨਹੀਂ ਮੈਂ ਪ੍ਰੋਪਰਲੀ ਠੀਕ ਆ ਜਿੱਦਾਂ ਘਰ ਮਰ ਕਰ ਲਈ ਇਹ ਥੋੜੋ ਗੱਲ ਹੋਈ ਕੋਈ ਜਦੋਂ ਤੂੰ ਪਹਿਲਾਂ ਹੀ ਸੈਟੀਸਫਾਈ ਨਹੀਂ ਸੀ ਤੇ ਤੈਨੂੰ ਫਾਲ ਲੈਣ ਦੀ ਕੀ ਲੋੜ ਸੀ ਇਹ ਚੀਜ਼ ਬਾਰੇ ਜੇ ਤੇਰੀ ਆਪਣੀ ਨੀਤ ਸੀ ਇਹ ਚੀਜ਼ ਦੀ ਜੇ ਤੂੰ ਆਪਣੀ ਜਗ੍ਹਾ ਸਹੀ ਸੀ ਤੂੰ ਜੱਟਾਂ ਦੀ ਕੁੜੀ ਨਾਲ ਵਿਆਹ ਕਰਾਇਆ ਤੂੰ ਇਹ ਚੀਜ਼ ਕਿਉਂ ਕੰਪੈਲ ਕੀਤੀ ਹੈ ਜੀ ਮੈਂ ਤੇਰੇ ਨਾਲ ਫਿਜ਼ੀਕਲ ਬੁਲਾਉਣੇ ਨੇ ਇਹ
ਤੇਰੀ ਗਲਤੀ ਹੈ ਇਹ Thanks, ਤੇ ਤੂੰ sir. ਆਪਣੀ ਗਲਤੀ ਇੱਕ ਨਾਲ ਮਿੰਟ। ਨਤੀਜਾ ਭੁਗਤ ਰਿਹਾ ਬਾਈ। ਥੈਂਕ ਯੂ ਸੋ ਮਚ। ਪਹਿਲ ਇੱਕ ਮਿੰਟ, ਸਿੱਖਾਂ ਦੇ ਕੋਈ ਪਹਿਲਾਂ ਤੁਸੀਂ ਕਾਸਟ ਨੂੰ ਵਿੱਚ ਲਾਏ ਹੋ, ਸਿੱਖਾਂ ਦੇ ਕੋਈ ਜੱਟ ਖੱਤਰੀ ਮਜ਼ਬੀ ਨਹੀਂ ਹੁੰਦਾ। ਪਹਿਲੀ ਗੱਲ ਉਹ ਤੁਹਾਨੂੰ ਲੱਗਦਾ ਮੈਨੂੰ ਬੜਾ ਸੱਟ ਪਹੁੰਚੀ ਕਿ ਮੈਂ ਜੱਟਾਂ ਦੀ ਵੀਰੇ ਮੇਰੀ ਗੱਲ ਸੁਣ, ਜੇ ਤੇਰੀ ਲਾਈਫ ਦੇ ਵਿੱਚ ਕੋਈ ਜੱਟ ਚਾਹੇ ਮਜ਼੍ਹਬੀ ਸਿੱਖਾਂ ਦਾ ਮੁੰਡਾ ਹੁੰਦਾ ਨਾ ਤਾਂ ਆਹ ਦਿਨ ਦੇਖਣੇ ਨਹੀਂ ਪਣੇ ਤੈਨੂੰ। ਥੈਂਕ ਯੂ ਸੋ ਮਚ ਕਾਲਰ। ਅਗਲੀ ਕਾਲ ਪਲੀਜ਼। ਨੰਬਰ 3 ਕਾਲਰ। हाँ जी, अमन पलर फ्रॉम कैलिफोर्निया। ब्रदर तू इस वेले कुछ नहीं हो सकता। बस साहब जो पहला कॉलर ने कहा कि 10 साल का वीजा मिलता, ड्यूरिंग दैट टाइम उन्हें सिटीजन बन जाना। यू कैन नॉट डू एनीथिंग अबाउट इट। जस्ट टेक केयर ऑफ योर फाइनेंसिस। अपने पैसे पूसे इधर उधर कर ला, बिकॉज एंड देन डिवोर्स फाइल कर दे। जो डिवोर्स फाइल करेगा तेन सारे हिसाब किताब दसना पैना, तेरी कितनी प्रॉपर्टी आ वो सारी अदो अद कर देनी है जज ने। जिन्ना फाइट करना करी जाओ, वो गई आ ਤੇ ਹੁਣ ਤੂੰ ਆਪਣਾ ਆਪ ਸਾਬ ਤੇ ਆਲ ਦ ਬੈਸਟ ਯੂ। ਨੈਕਸਟ ਕਾਲ। ਓਕੇ ਨੰਬਰ 4 ਕਾਲਰ ਪਲੀਜ਼। ਓਕੇ ਨੰਬਰ 2 ਕਾਲਰ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਹਾਂਜੀ ਭਾਜੀ, ਨਹੀਂ ਮੁੰਡਾ ਬਹੁਤ ਨਾਈਸ ਹੈਗਾ। ਪਹਿਲੀ ਗੱਲ ਕੁੜੀ ਦੀ ਗਲਤੀ ਹੈ, ਆਪਾਂ ਇਹ ਨਹੀਂ ਕਹਿ ਸਕਦੇ ਕਿ ਦੇਖੋ ਜਿਹੜੀ ਤੁਸੀਂ ਕਾਸਟ ਦੀ ਗੱਲ ਕਰ ਰਹੇ ਹੋ ਨਾ, ਆਈ ਡੋਂਟ ਨੋ ਉਹਨਾਂ ਨੇ ਕਿੱਦਾਂ ਇਹ ਸੋਚਿਆ ਹੈ। ਅੱਜ ਦੀ ਜਨਰੇਸ਼ਨ ਆਪਾਂ ਆਪਣੇ ਬੱਚਿਆਂ ਦੀ ਮੈਰਿਜ ਕਰਦੇ ਆਪਾਂ ਕਾਸਟ ਨਹੀਂ, ਐਜੂਕੇਟਡ ਦੇਖਦੇ ਹਾਂ ਬੱਚੇ। ਮੁੰਡਾ ਬਹੁਤ ਪੜ੍ਹਿਆ ਲਿਖਿਆ ਫਸਟ, ਸੈਕੰਡਲੀ ਉਹ ਇੱਕ ਆਰਮੀ 'ਚ ਜੌਬ ਕਰ ਰਿਹਾ, ਰਾਈਟ। ਜਿਹੜਾ ਬੰਦਾ ਆਪਣੇ ਦੇਸ਼ ਲਈ ਜਾਨ ਦੇ ਰਿਹਾ, ਤੁਸੀਂ ਸੋਚ ਕੇ ਦੇਖੋ, ਕੁੜੀ ਨੂੰ ਪ੍ਰਾਊਡ ਹੋਣਾ ਚਾਹੀਦਾ ਸੀ ਕਿ ਮੇਰਾ ਆਦਮੀ ਇੱਕ ਦੇਸ਼ ਦੀ ਕੌਮ ਲਈ ਲੜ ਰਿਹਾ, ਰਾਈਟ। ਤੇ ਤੂੰ ਉਹਦੇ ਨਾਲ ਹੀ ਫਾਈਟ ਕਰ ਰਹੀ, ਉਹਨੂੰ ਛੱਡ ਕੇ ਜਾ ਰਹੀ। ਔਰ ਕੁੜੀ ਵੀ ਐਜੂਕੇਟਡ ਹੈਗੀ ਆ, ਇਹ ਨਹੀਂ ਕਹਿ ਸਕਦੇ ਕਿ ਆਪਾਂ ਕੁੜੀ ਪੜ੍ਹੀ ਲਿਖੀ ਨਹੀਂ ਹੈਗੀ। ਮੁੰਡੇ ਨਾਲ ਗਲਤ ਹੋ ਰਿਹਾ। ਹਾਂ, ਇਹਨਾਂ ਕੰਟਰੀਆਂ 'ਚ ਆਪਣੇ ਰੂਲ ਗਲਤ ਆ, ਲੇਕਿਨ ਮੈਨੂੰ ਅਮਰੀਕਾ ਦਾ ਲਾਅ ਨਹੀਂ ਪਤਾ, ਪਰ ਹੋਣਾ ਇਹੀ ਚਾਹੀਦਾ ਕਿ ਕੁੜੀ ਨੂੰ ਡਿਪੋਰਟ ਕੀਤਾ ਜਾਵੇ। ਮੁੰਡੇ ਨਾਲ ਧੱਕਾ ਹੋ ਰਿਹਾ, ਬਹੁਤ ਜ਼ਿਆਦਾ ਗਲਤ ਹੋਇਆ। ਥੈਂਕ ਯੂ ਸੋ ਮਚ। ਥੈਂਕਸ। ਹਾਂਜੀ, ਅਗਲੀ ਕਾਲ ਨੰਬਰ 1 ਕਾਲਰ। हाँ जी, सत श्री अकाल बस साहब। जी बस साहब आई हैव अ फीलिंग कि बंदा झूठ बोल रहा। बस साहब मेरे ख्याल ਨਾਲ ਤੁਹਾਨੂੰ ਇਹਦੀ ਵਾਈਫ ਨਾਲ ਗੱਲ ਕਰਨੀ ਚਾਹੀਦੀ ਆ, ਫੇਰ ਸੱਚ ਪਤਾ ਲੱਗੂ। ਤੇ ਮੈਨੂੰ ਬਸ ਸਾਹਬ ਲੱਗ ਰਿਹਾ ਕਿ ਇਹ ਬੰਦਾ ਕੋਈ ਫੌਜ ਆਰਮੀ ਦੇ ਵਿੱਚ ਨਹੀਂ ਹੈਗਾ, ਇਹ ਝੂਠ ਬੋਲਦਾ ਆ ਭਾਜੀ। ਸੌਰੀ ਟੂ ਸੇ ਬਟ that's the vibe I get from him. no I don't think so। ਮੇਰਾ DOD ID ਹੈਗਾ, ਇੱਕ ਮਿੰਟ, ਮੇਰਾ DOD ID ਹੈਗਾ 1533681340। Okay, I hope I'm wrong, but that's the vibe I'm getting from you. बस अब ਤੁਸੀਂ ਇਹਦੀ ਵਾਈਫ ਨੂੰ ਲੈ ਕੇ ਆਓ ਪਲੀਜ਼, ਫੇਰ ਪਤਾ ਲੱਗੂਗਾ ਜੀ। ਚਲੋ ਐਨੀਵੇਸ ਵਨ ਸਾਈਡ ਸਟੋਰੀ ਕਵਰ ਕਰ ਰਹੇ ਆ। ਰੁਪਿੰਦਰ ਪ੍ਰੋਮ ਨੂੰ ਸੁਣਦੀ ਹੋਵੇ, ਪਾਰਟਿਸਿਪੇਟ ਕਰਨੀ ਹੋਵੇ, ਸ਼ੀ ਕੈਨ ਕਾਲ ਅਸ। ਥੈਂਕ ਯੂ ਸੋ ਮਚ ਕਾਲ। ਯਾ ਅਗਲੀ ਕਾਲ। ਓਕੇ ਸਰ ਸਾਹਿਬ ਨੰਬਰ 3 ਨੂੰ ਕਾਲ ਕਰੋ ਪਲੀਜ਼। ਹਾਂਜੀ ਨੰਬਰ 4 ਕਾਲਰ ਪਲੀਜ਼। ਨੰਬਰ 4 ਕਾਲਰ। ਹੈਲੋ, ਪਿੱਛੇ ਆਵਾਜ਼ ਬੰਦ ਕਰੋ ਆਪਣੀ ਕਾਲਰ ਪਲੀਜ਼। ਹਾਂਜੀ ਨੰਬਰ 3 ਕਾਲਰ ਪਲੀਜ਼। ਅਜੇ ਲਾਈਨ ਤੇ ਹੋ। ਜਨਾਬ ਮੈਂ ਕਹਿਣਾ ਚਾਹੁੰਦਾ, ਥੋੜੀ ਦੇਰ ਪਹਿਲਾਂ ਭਾਈ ਸਾਹਿਬ ਇੱਥੇ ਆਏ ਸੀ, ਉਹ ਲੜਕੇ ਨੂੰ ਕਹਿ ਰਹੇ ਸੀਗੇ ਕਿ ਬਈ ਤੁਸੀਂ ਫਿਜ਼ੀਕਲ ਰਿਲੇਸ਼ਨ ਮੈਰਿਜ ਤੋਂ ਪਹਿਲਾਂ ਬਣਾਏ। this is none of his job to discuss about that. The point is when the girl came here to USA, why she misbehaved? ਅਗਰ ਦੋਨਾਂ ਦਾ ਰਿਲੇਸ਼ਨਸ਼ਿਪ ਬਣਿਆ, ਇਹਦਾ ਮਤਲਬ ਦੋਨਾਂ ਦੀ ਮਰਜ਼ੀ ਸੀ ਉਹਦੇ ਵਿੱਚ ਜੀ। ਜੇ ਦੋਨਾਂ ਦੀ ਮਰਜ਼ੀ ਦੇ ਵਿੱਚ ਦੋਨੋਂ ਇੱਕ ਦੂਜੇ ਦੀ ਕੰਸੈਂਟ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਲੈਵਲ ਤੇ ਪਹੁੰਚਦੇ ਨੇ, ਦਿਸ ਇਜ਼ ਨਨ ਆਫ ਐਨੀ ਅਦਰਸ ਜੌਬ। ਇਫ ਉਸ ਤੋਂ ਬਾਅਦ ਮੈਰਿਜ ਹੋਣ ਤੋਂ ਬਾਅਦ ਕੋਈ ਮਿਸਬਿਹੇਵ ਕਰਦਾ ਜਾਂ ਐਬਨੋਰਮਲ ਇੱਕ ਦੂਜੇ ਨਾਲ ਬਿਹੇਵੀਅਰ ਹੁੰਦਾ ਲਾਈਫ ਦੇ ਵਿੱਚ, ਦੈਟ ਇਜ਼ ਕੰਪਲੀਟਲੀ ਅਨਐਕਸੈਪਟੇਬਲ। ਦੋਨਾਂ ਦੇ ਪ੍ਰਤੀ ਇੱਕ ਲੋਇਲਟੀ ਹੈ। ਅਗਰ ਕੋਈ ਪ੍ਰੋਬਲਮ ਹੈ ਵੀ, ਯੂ ਸ਼ੁਡ ਡਿਸਕਸ ਔਨ ਅ ਟੇਬਲ। ਤੁਸੀਂ ਬੈਠ ਕੇ ਗੱਲ ਕਰੋ, ਉਹਦਾ ਰਿਜ਼ੋਲਵ ਕਰੋ ਕਿ ਇਸ਼ੂ ਹੈ, ਬਟ ਡਜ਼ਨਟ ਮੀਨ ਕਿ ਤੁਹਾਨੂੰ ਰਾਈਟ ਮਿਲ ਜਾਂਦਾ ਦੂਜੇ ਬੰਦੇ ਨਾਲ ਮਿਸਬਿਹੇਵ ਕਰਨ ਦਾ। ਥੈਂਕ ਯੂ ਸੋ ਮਚ। ਨੈਕਸਟ ਕਾਲ ਪਲੀਜ਼। ਹੈਲੋ ਨੰਬਰ 2 ਕਾਲਰ। ਹਾਂਜੀ ਬਾਸੀ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਹਰਭਜਨ ਸਿੰਘ ਬੋਲ ਰਿਹਾ ਨਿਊਯਾਰਕ ਤੋਂ। ਹੁਣ ਇਹਦਾ ਜਿਹੜਾ ਲੈਂਡਿੰਗ ਪੇਪਰ ਕੁੜੀ ਲੈ ਕੇ ਆਉਂਦੀ, ਇਹਨੂੰ ਕੋਈ ਕੈਂਸਲ ਨਹੀਂ ਕਰਾ ਸਕਦਾ। ਕਿਸੇ ਵੀ ਸੂਰਤ ਤੇ ਕੁੜੀ ਦਾ ਗ੍ਰੀਨ ਕਾਰਡ ਜਿਹੜਾ ਹੁਣ ਮਿਲਣ ਪ੍ਰੋਸੀਜਰ ਹੈ, ਉਹ ਹੁਣ ਕੋਈ ਕੈਂਸਲ ਨਹੀਂ ਕਰਾ ਸਕਦਾ ਅਨਲੈਸ ਇੰਡੀਆ ਤੋਂ ਅਪਲਾਈ ਕਰਨ ਤੋਂ ਪਹਿਲੇ ਕੁਝ ਕਰ ਸਕਦੇ ਸੀਗੇ। ਇੱਕ ਵਾਰ ਇੱਥੇ ਲੈਂਡ ਹੋ ਜਾਵੇ, ਫਿਰ ਜਿਹੜਾ ਮਰਜ਼ੀ ਵਕੀਲ ਕੋਲੋਂ ਲਾਅ ਬਣਿਆ ਹੈ, ਤੁਸੀਂ ਉਹਦਾ ਗ੍ਰੀਨ ਕਾਰਡ ਕੈਂਸਲ ਨਹੀਂ ਹੋ ਸਕਦਾ। ਪਰ ਇੰਡੀਆ ਵਿੱਚ ਇਹਦੇ ਉੱਪਰ 420 ਦਾ ਮੁਕੱਦਮਾ ਚੱਲ ਸਕਦਾ ਤੇ ਇਹਦਾ ਇੰਡੀਅਨ ਪਾਸਪੋਰਟ ਕੈਂਸਲ ਹੋ ਸਕਦਾ। ਇੰਡੀਅਨ ਪਾਸਪੋਰਟ ਕੈਂਸਲ, ਬਟ ਕੁੜੀ ਨੂੰ ਤੁਸੀਂ ਡਿਪੋਰਟ ਨਹੀਂ ਕਰ ਸਕਦੇ ਹੋ।
ਵੈਲ ਡਿਪੋਰਟ ਕਰਨਾ ਕੀ ਕਰਨਾ ਆਈ ਡੋਂਟ ਨੋ, ਮੈਂ ਡਿਪੋਰਟੇਸ਼ਨ ਡਿਪਾਰਟਮੈਂਟ ਕੰਮ ਨਹੀਂ ਕਰਦਾ। ਸਭ ਤੋਂ ਵੱਡਾ ਵਕੀਲ ਹੈ ਮਾਈਕਲ ਫਲਵਾਨੀ। ਇੰਡੀਆ ਦੇ ਕਾਨੂੰਨ ਦੇ ਮੁਤਾਬਕ ਇਹਨੇ ਫਰਾਡ ਕੀਤਾ ਤੇ ਫਰਾਡ ਦੇ ਵਿੱਚ ਇਹ ਫੈਮਿਲੀ ਚਾਰਜ ਹੋ ਸਕਦੀ ਆ, ਜਿਹੜੀ ਕਿ ਅਸੀਂ ਬਟ ਕੁੜੀ ਨੂੰ ਤੁਸੀਂ ਡਿਪੋਰਟ ਨਹੀਂ ਕਰ ਸਕਦੇ। ਨਿਊਯਾਰਕ ਸਿਟੀ ਦਾ ਸਭ ਤੋਂ ਵੱਡਾ ਵਕੀਲ ਹੈ ਮਾਈਕਲ ਫਲਵਾਨੀ। ਵੈਲ ਆਈ ਐਮ ਨਾਟ ਟਾਕਿੰਗ ਅਬਾਊਟ ਅਮਰੀਕਨ ਲਾਅ, ਆਈ ਐਮ ਟਾਕਿੰਗ ਅਬਾਊਟ ਇੰਡੀਆ ਲਾਅ। ਹਾਂਜੀ, ਇੰਡੀਆ ਤਾਂ ਚਲੋ ਗੱਲ ਵੱਖਰੀ, ਬਸ ਕੁੜੀ ਕੁਝ ਵੀ ਨਹੀਂ ਹੋ ਸਕਦਾ। ਇੰਡੀਆ ਦੇ ਵੀ ਲਾਅ ਹੈ ਜਿਹੜੇ ਕਿ ਅਸੀਂ ਆਨਰ ਕਰਦੇ ਹਾਂ, ਰਿਸਪੈਕਟ ਕਰਦੇ ਹਾਂ ਇੰਡੀਆ ਦੇ ਲਾਅ ਨੂੰ। ਠੀਕ ਹੈ ਸਰ, ਥੈਂਕ ਯੂ ਸੋ ਮਚ। ਅਗਲੀ ਕਾਲ ਪਲੀਜ਼, ਨੰਬਰ 4 ਕਾਲਰ। ਹੈਲੋ ਜੀ ਬੋਲੋ, ਪ੍ਰੋਸੀਡ ਕਰੋ ਪਲੀਜ਼। ਜੀ ਸਤਿ ਸ਼੍ਰੀ ਅਕਾਲ ਬਾਸੀ ਸਾਹਿਬ, ਇਹ ਮੇਰਾ ਬਾਈ ਜੀ ਦਾ ਜਿਹੜਾ ਮੈਨੂੰ ਕੇਸ ਲੱਗ ਰਿਹਾ ਹੈ, ਇਹ ਕੁਝ ਫਿਸ਼ੀ ਜਿਹਾ ਹੈਗਾ। ਲਾਈਕ ਵਾਟ? ਇੱਕ ਦਿਨ ਦੋ। ਹੈਲੋ ਹਾਂਜੀ, ਕੈਰੀ ਔਨ ਪਲੀਜ਼। ਹਾਂਜੀ ਬਾਸੀ ਸਾਹਿਬ, ਇਹ ਮੈਨੂੰ ਕੋਈ ਫਿਸ਼ੀ ਲੱਗ ਰਿਹਾ ਹੈ। ਇਹ ਬਾਈ ਜੀ ਦਾ ਕੇਸ, ਅਗਰ ਉਹਨਾਂ ਦੇ ਸੰਬੰਧ ਇਹਨੇ ਨਹੀਂ ਬਣ ਰਹੇ ਨਾ, ਪਹਿਲੇ ਦਿਨ ਇਹਨੂੰ ਮਿਲਣ ਆਏ ਨੇ, ਦੂਜੇ ਦਿਨ ਸਹੀ ਨਹੀਂ ਹੋਏ, ਤੀਜੇ ਦਿਨ ਸਹੀ ਨਹੀਂ ਹੋਏ, ਤੇ ਹੀ ਸ਼ੁੱਡ ਰਿਪੋਰਟ ਸਮਵੇਅਰ। ਇਹਨਾਂ ਨੇ ਕਿਸੇ ਫੈਮਿਲੀ ਮੈਂਬਰ ਨੂੰ ਵਿੱਚ ਪਾ ਲੈਂਦੇ, ਕੋਈ ਵਿਚੋਲਾ ਵਿੱਚ ਪਾ ਲੈਂਦੇ, ਜਿੰਨਾ ਥਰੂ ਰਿਲੇਸ਼ਨ ਇਹਨਾਂ ਨਾਲ ਬਣੇ ਹੋਏ ਹੈ, ਸ਼ਾਦੀ ਹੋਈ, ਉਹਨਾਂ ਵਿੱਚ ਪਾ ਲੈਂਦੇ। ਇਹਨਾਂ ਨੇ ਕਿਸੇ ਨੂੰ ਨਹੀਂ ਵਿੱਚ ਪਾਇਆ, ਇਹਨਾਂ ਨੇ ਆਪਣੇ ਮੈਟਰ ਖੁਦ ਹੀ ਰਿਜ਼ੋਲਵ ਕਰੇ। ਅਗਰ ਤੁਹਾਡੀ ਬੀਵੀ, ਤੁਹਾਡੀ ਵਾਈਫ ਤੁਹਾਡੀ ਗੱਲ ਨਹੀਂ ਸੁਣਦੀ ਪਈ, ਤੇ ਤੁਸੀਂ ਕਿਸੇ ਨੂੰ ਵਿੱਚ ਪਾ ਕੇ ਪਹਿਲੇ ਇਨੀਸ਼ੀਅਲੀ ਆਪਣੀ ਫੈਮਿਲੀ ਮੈਂਬਰ ਨੂੰ ਪਾ ਕੇ ਮਸਲੇ ਨੂੰ ਹੱਲ ਕਰਾਓ। ਹਲੇ ਪੂਰੀ ਗੱਲ ਨਹੀਂ ਪਤਾ ਚੱਲਣਾ ਸਮਝੇ ਉਸੇ। ਹਾਂਜੀ ਤੁਸੀਂ ਸਹੀ ਕਰ ਰਹੇ ਹੋ, ਫੈਮਿਲੀ ਮੈਂਬਰ ਨੂੰ ਪੂਰਾ ਮੈਂ ਇਨਵੋਲਵ ਕਰਨ ਦੀ ਕੋਸ਼ਿਸ਼ ਕੀਤਾ। ਕੁੜੀ ਵਾਲਿਆਂ ਦੇ ਮਾਂ ਨੇ ਤੇ ਭਰਾ ਨੇ ਫੋਨ ਚੱਕਣੇ ਬੰਦ ਕਰਤੇ। ਐਕਚੁਅਲੀ ਸਾਡੇ ਉਹਨਾਂ ਨੇ ਤੇ ਮੈਨੂੰ 2 ਮਹੀਨੇ ਦਾ ਮੇਰੇ ਤੋਂ ਗੱਲ ਹੀ ਨਹੀਂ ਕੀਤੀ। ਉਹਨਾਂ ਨੇ ਕਿ ਮੇਰੇ ਤੇ ਕੀ ਗੁਜ਼ਰੀ ਹੈਗੀ ਆ। ਇੱਥੇ ਪੰਜਾਬ 'ਚ ਤੇ ਲੋਕੀ ਸੁਸਾਈਡ ਕਰ ਲੈਂਦੇ ਨੇ ਮੁੰਡੇ। ਇਹ ਕਿੰਜ ਹੋ ਸਕਦਾ ਕਿ ਆਪਣੀ ਧੀ ਉਹਨਾਂ ਨੇ ਤੁਹਾਨੂੰ ਦੇ ਦਿੱਤੀ ਤੇ ਤੁਹਾਡੇ ਤੋਂ ਬਿਲਕੁਲ ਹੀ ਬੇਖਬਰ ਹੋ ਗਏ ਹੋ ਤੇ ਪਤਾ ਹੀ ਨਾ ਲਾਇਨ ਮੇਰੀ ਸਾਡੀ ਧੀ ਕਿੱਥੇ ਹੈ, ਕਿੰਜ ਰਹਿ ਰਹੀ, ਕਿੰਜ ਵਸਦੀ ਪਈ ਹੈ। ਕੋਈ ਤੁਹਾਡੇ ਵੱਲੋਂ ਕੋਈ ਵਿੱਚ ਆ ਜਾਂਦਾ, ਇਹ ਤੋਂ ਕੁਝ ਵੀ ਨਹੀਂ। ਇਹ ਮੇਰੇ ਖਿਆਲ ਨਾਲ ਇਹ ਜਿਹੜੇ ਭਾਈ ਜੀ ਨੇ ਪੂਰੀ ਗੱਲ ਕਲੀਅਰ ਨਹੀਂ ਕਰਦੇ ਪਏ ਕੁਝ ਦੱਸਦੇ। ਅੱਛਾ ਗੁਰਿੰਦਰ, ਜਿਹੜੇ ਸਾਡੀ ਆਡੀਅנס ਹੈ ਪਬਲਿਕ ਓਪੀਨੀਅਨ ਵਿੱਚ ਓਪੀਨੀਅਨ ਇਹ ਹੈ ਕਿ ਤੁਸੀਂ ਕੁਝ ਹਾਈਡ ਕਰ ਰਹੇ ਹੋ ਔਰ ਲੋਕਾਂ ਨੂੰ ਸਸਪੀਸ਼ੀਅਸ ਲੱਗਦਾ ਇਹ ਆਪਣਾ ਜਿਹੜਾ ਇਸ਼ੂ ਹੈ ਔਰ ਤੁਸੀਂ ਕੋਈ ਚੀਜ਼ ਨੂੰ ਹਾਈਡ, ਕਿਉਂਕਿ ਵਨ ਸਾਈਡਡ ਸਟੋਰੀ ਹੈ ਔਰ ਇਹਦੇ ਬਾਰੇ ਵਿੱਚ ਮੈਂ ਪ੍ਰੋਪਰ ਨਹੀਂ ਕਹਿ ਸਕਦਾ ਕਿ ਹੂ ਇਜ਼ ਰਾਈਟ ਔਰ ਰੋਂਗ, ਕਿਉਂਕਿ ਪਬਲਿਕ ਦੇ ਵੀਊ ਜਿਹੜੇ ਆ। ਤੁਸੀਂ ਆਪਣੇ ਆਪ ਸੁਣੋ, ਹਾਲੀ ਜਿਹੜੀ ਸਟੋਰੀ ਸੁਣੀ ਹੈ ਹੁਣ। ਇੱਕ ਮਿੰਟ, ਇਹਨਾਂ ਦੀ ਵਾਈਫ ਨੂੰ ਸੁਣੋਗੇ, ਉਹਨਾਂ ਦੇ ਮਸਲੇ ਕੁਝ ਹੋਰ ਹੋਣਗੇ। ਦੇਖੋ ਤੁਸੀਂ ਇੰਨਾ ਅੱਛਾ ਵਪਾਰ ਕਰ ਰਹੇ ਹੋ ਆਪਣੀ ਵਾਈਫ ਦੇ ਨਾਲ, ਸਭ ਕੁਝ ਅੱਛਾ ਦੱਸ ਰਹੇ ਹੋ, ਤੁਸੀਂ ਕੋਈ ਬੁਰਾ ਨਹੀਂ ਕੀਤਾ। ਉਹ ਫਿਰ ਵੀ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ, 14 ਦਿਨ ਰਹਿ ਕੇ ਵੀ ਨਹੀਂ ਤੁਹਾਡੇ ਵਪਾਰ ਸਮਝੀ, ਤੁਹਾਡਾ ਤੁਸੀਂ ਕਹਿੰਦੇ ਬੰਦੇ ਹੋ। ਦੇਖੋ ਇੱਕ ਆਰਮੀ ਜਿਹੜਾ ਆਫਿਸਰ ਜਾਂ ਆਰਮੀ ਰਿਟਾਇਰ ਹੁੰਦਾ, ਉਹ ਬੜੀ ਆਨਰ ਹੁੰਦੀ ਹੈ, ਲੋਕ ਉਹਨਾਂ ਨਾਲ ਰਹਿਣਾ ਪਸੰਦ ਕਰਦੇ ਨੇ, ਪਤਾ ਡਿਸਿਪਲਿਨ ਲਾਈਫ ਉਹਨੇ ਗੁਜ਼ਾਰੀ ਹੈ। ਲੇਕਿਨ ਉਹਨੇ 1% ਵੀ ਨਹੀਂ ਇਸ ਪਾਸੇ ਆਈ ਕਿ ਤੁਹਾਡੇ ਨਾਲ ਘਰ ਵਸਾ ਸਕੇ। ਤੁਸੀਂ ਜਿੰਨੀਆਂ ਵੀ ਦੇਖੀਆਂ ਬੁਰਾਈਆਂ ਦੱਸੀਆਂ, ਤੁਹਾਨੂੰ ਹੱਥ ਨਹੀਂ ਕੀਤਾ, ਉਹ ਆਈ ਹੈ, ਤੁਸੀਂ ਇਹਨੇ ਟਰੈਵਲ ਕਰਕੇ ਲੈਣ ਗਏ, ਉਹਨੇ ਕੁਛ ਵੀ ਤੁਹਾਨੂੰ ਕੋਈ ਲਿਫਟ ਨਹੀਂ ਕਰਾਈ, ਲੈ ਤਾਂ ਕਮਰੇ 'ਚ ਤੁਸੀਂ ਰੋਏ। ਹੋ ਸਕਦਾ ਹੈ ਹਸਬੈਂਡ ਵਾਈਫ ਲੈ ਤਾਂ ਕਮਰੇ 'ਚ ਰਹਿ ਰਹੇ ਨੇ ਜੀ। ਮੈਨੂੰ ਤਾਂ ਸਾਰਾ ਦੇਖੋ ਸੁਣੋ ਮੇਰੀ ਗੱਲ, ਆਮ ਰਿਸਪੌਂਸਿਬਲ। ਜੇ ਮੇਰਾ ਕੁੱਤਾ if he gets in trouble, I get in trouble। ਇੱਥੇ ਲਾਜ਼ ਹੈਗੇ ਨੇ। ਉੱਥੇ ਇੰਡੀਆ 'ਚ ਤੇ ਜਾਨਵਰਾਂ ਦੀ ਕੋਈ ਬੰਦਿਆਂ ਦੀ ਕਦਰ ਨਹੀਂ ਹੁੰਦੀ ਹੈ, ਉਹ ਇੰਡੀਆ 'ਚ ਇੱਥੇ ਜਾਨਵਰਾਂ ਦੀ ਕਦਰ ਹੁੰਦੀ ਹੈਗੀ ਆ। ਉੱਥੇ ਬੰਦਿਆਂ ਨੂੰ ਜੀ ਨਹੀਂ ਦਿੰਦੇ, ਇੱਥੇ ਬੰਦਿਆਂ ਨੂੰ ਮਰਨ ਨਹੀਂ ਦਿੰਦੇ। ਠੀਕ ਆ, ਪਹਿਲੀ ਗੱਲ ਲੋਕਾਂ ਨੂੰ ਕਿਉਂ ਲੱਗ ਰਿਹਾ ਹੈਗਾ ਕਿ ਮੈਂ ਹਾਈਡ ਕਰ ਰਿਹਾ ਕੁਛ, ਤੇ ਸਭ ਤੋਂ ਪਹਿਲਾਂ ਮੇਰੀ ਗੱਲ ਤੇ ਗੌਰ ਕੀਤਾ ਜਾਵੇ। ਇੱਥੇ ਇੱਕ ਗ੍ਰੀਨ ਕਾਰਡ ਦੀ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੁੰਦੀ ਆ। ਫਾਈਨੈਂਸ਼ੀਅਲ ਸਪੋਰਟ ਤੁਹਾਨੂੰ ਪੂਰਾ ਐਫੀਡੇਵਿਟ ਸਪੋਰਟ ਦੇਣਾ ਪੈਂਦਾ ਹੈਗਾ ਜਿਸ ਕਿਸੇ ਨੂੰ ਤੁਸੀਂ ਸਪਾਂਸਰ ਕਰਦੇ ਹੋ। ਮੈਂ ਇੰਨਾ ਵੱਡਾ ਐਫੀਡੇਵਿਟ ਸਪੋਰਟ ਸਾਈਨ ਕੀਤਾ ਹੈਗਾ ਕਿ ਮੈਂ ਆਪਣੀ ਵੋਟੀ ਦਾ ਪੂਰਾ ਦੇਖਭਾਲ ਕਰੂੰਗਾ। ਇੱਕ ਗ੍ਰੀਨ ਕਾਰਡ ਦੀ ਅੱਜਕੱਲ ਵੈਲਿਊ ਕੀ $500,000 ਫॉर ਐਨ ਐਂਟਰਪ੍ਰੀਨਰ। ਮੈਂ ਇੰਨੀ ਵੱਡੀ ਰਿਸਪੌਂਸਿਬਿਲਿਟੀ ਇੱਕ ਬੰਦੇ ਵਾਸਤੇ ਕਿਉਂ ਲਾਉਂਗਾ ਕਿ ਜੇ ਮੇਰਾ ਇਰਾਦਾ ਹੋਊਗਾ ਕਿ ਉਹਨੂੰ ਇੱਥੇ ਲਿਆ ਕੇ ਮੈਨੂੰ ਛੱਡ ਦੇਣਾ ਜਾਂ ਉਹਦੇ ਨਾਲ ਕੁਝ ਕਰਨਾ ਹੈਗਾ। ਪਹਿਲੀ ਗੱਲ ਉਹ। ਦੂਜਾ, ਮੈਂ 39 ਦਾ ਹੈਗਾ, ਮੇਰੀ ਵੀ ਮੈਨੂੰ ਪਤਾ ਹੈਗਾ ਮੇਰੀ ਸ਼ੈਲਫ ਲਾਈਫ ਹੈਗੀ ਆ। 39 ਦੀ ਉਮਰ 'ਚ ਹੁਣ ਮੇਰਾ ਡਿਵੋਰਸ ਹੀ ਰੱਜੇ ਠੱਪਾ ਲੱਗ ਗਿਆ ਤੇ ਦੂਜਾ ਵਿਆਹ ਕਰਦੇ ਮੈਨੂੰ ਬੜੀ ਦਿੱਕਤ ਹੋਗੀ। ਮੈਨੂੰ ਪਤਾ ਹੈਗਾ ਮੈਂ ਕਿਉਂ ਆਪਣਾ ਵਿਆਹ ਤੋੜਵਾਉਂਗਾ ਆਪਣੇ ਹੱਥੋਂ, ਜੇ ਮੈਨੂੰ ਪਤਾ ਹੈਗਾ ਕਿ ਮੈਨੂੰ ਪ੍ਰੋਬਲਮ ਹੈ। ਆਪਣੀ ਜੇ 14 ਦਿਨ ਤੁਹਾਡੇ ਨਾਲ ਰਹੇ ਨੇ ਤੁਹਾਡੀ ਵਾਈਫ, ਤੇ ਤੁਸੀਂ ਕੋਈ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਯਾਰ ਇਹ ਕੀ ਚਾਹੁੰਦੀ ਹੈ, ਐਸੇ ਜਿਹੜਾ ਤੁਹਾਡੇ ਨਾਲ ਬੈਡ, ਜਿਹੜਾ ਤੁਹਾਡਾ ਰਿਸਪੈਕਟ ਕਿਉਂ ਨਹੀਂ ਕਰ ਰਹੀ, ਤੁਹਾਡੇ ਨਾਲ ਕਿਉਂ ਨਹੀਂ ਵਸਣਾ ਚਾਹ ਰਹੀ, ਕੋਈ ਚੀਜ਼ ਤੁਸੀਂ ਫਾਈਂਡ ਆਊਟ ਕੀਤੀ ਹੈ ਕਿ ਨਹੀਂ? ਹਾਲੇ ਤੱਕ ਸਿਰਫ ਤੁਸੀਂ ਉਹਦੇ ਰਵੱਈਆ ਹੀ ਦੱਸਿਆ ਔਰ ਐਟੀਟਿਊਡ ਹੀ ਦੱਸਿਆ ਜੋ ਤੁਹਾਡੇ ਨਾਲ ਹੈ। ਤੁਸੀਂ ਰੀਜ਼ਨ ਨਹੀਂ ਦੱਸੀ ਨਾ, ਤੁਸੀਂ ਕੋਈ ਦੱਸਿਆ ਕਿ ਉਹਦਾ ਕੋਈ ਸਰਟੀਫਾਈਡ ਕੋਈ ਪਿੱਛੇ ਕੋਈ ਅਫੇਅਰ ਹੈ, ਉਹ ਤੁਹਾਡੇ ਨਾਲ ਨਹੀਂ ਰਹਿਣਾ ਚਾਹੁੰਦੀ, ਕੋਈ ਜ਼ਬਰਦਸਤੀ ਤੁਹਾਡੇ ਨਾਲ ਵਿਆਹ ਕਰਾਤਾ ਉਹਦੇ ਮਾਂ-ਪਿਓ ਨੇ, ਕੋਈ ਪੈਸੇ ਵਾਸਤੇ ਤੁਹਾਡੇ ਨਾਲ ਵਿਆਹ ਕਰ ਲਿਆ ਬਸ। ਠੀਕ ਹੈ, ਸੁਣੋ ਮੇਰੀ ਗੱਲ, ਤੁਸੀਂ ਮੇਰੀ ਗੱਲ ਵੀ ਸੁਣੋ ਕਿਉਂਕਿ ਉਸ ਨੇ ਕੁਐਸਚਨ ਹੀ ਪੁੱਛੇ ਗਏ, ਸੋ ਆਈ ਕੈਨਟ ਆਨਸਰ, ਆਈ ਜਸਟ ਆਨਸਰ ਟੂ ਦ ਕੁਐਸਚਨ। ਸੋ ਸੁਣੋ ਮੇਰੀ ਗੱਲ, ਮੈਂ ਨਿਊਜ਼ਪੇਪਰ 'ਚ ਐਡ ਪਾਇਆ, ਕੁੜੀ ਨੇ ਆਪਣੀ ਮਾਂ ਨੂੰ ਕਿਹਾ
ਕਿ ਕੁੜੀ ਮੁੰਡੇ ਨੂੰ ਰਿਸਪੌਂਡ ਕਰੋ। ਕੁੜੀ ਦੀ ਮਾਂ ਨੇ ਮੈਨੂੰ ਰਿਸਪੌਂਡ ਕੀਤਾ WhatsApp ਤੇ। ਉਸ ਟਾਈਮ ਮੈਂ ਯੂਕਰੇਨ 'ਚ ਗਈ, ਮੈਂ ਯੂਕਰੇਨ ਤੋਂ ਇੰਡੀਆ ਆਇਆ ਤੇ ਫਿਰ ਕੁੜੀ ਦੀ ਮਾਂ ਨੂੰ ਕਿਹਾ ਮੈਂ ਕਿ ਤੁਸੀਂ ਆਪਣੀ ਕੁੜੀ ਨਾਲ ਗੱਲ ਕਰਾਇਓ। WhatsApp ਤੇ ਕੁੜੀ ਨਾਲ ਗੱਲ ਕੀਤੀ। ਮੈਂ ਫਿਰ ਅੰਮ੍ਰਿਤਸਰ ਪਹੁੰਚਿਆ ਜਿੱਥੇ ਮੇਰੇ ਨਾਨਕੇ ਦੇ ਦਾਦਕੇ ਹੈਗੇ ਆ। ਅੰਮ੍ਰਿਤਸਰ ਤੋਂ ਮੈਂ ਮੋਹਾਲੀ ਪਹੁੰਚਿਆ। 4 ਦਿਨ ਮੈਂ ਉੱਥੇ ਰਿਹਾ। ਮੈਂ 4 ਦਿਨ ਮੈਂ ਚੰਡੀਗੜ੍ਹ ਸੈਕਟਰ 17 ਨਾਲ ਕੁੜੀ ਦੇ ਨਾਲ 4 ਦਿਨ ਮੈਂ ਘੁੰਮਿਆ ਮੈਂ, ਠੀਕ ਆ। ਐਂਡ ਕੁੜੀ ਮੈਨੂੰ ਘੁਮਾ ਰਹੀ ਟਿਬੇਟਨ ਮਾਰਕੀਟ ਸੈਕਟਰ 17। ਆਈ ਐਮ ਟੋਟਲੀ ਨਿਊ, I haven't been to India in like 7 years. I'm coming back to India after 7 years. ਉਹ ਮੈਨੂੰ ਲੈ ਕੇ ਜਾ ਰਹੀ ਟਿਬੇਟਨ ਮਾਰਕੀਟ, ਸਭ ਦਿਖਾ ਰਹੀ ਆ। ਸੋ what do you think? ਉਹਦੇ ਮਾਪਿਓ ਨੂੰ ਜ਼ਬਰਦਸਤੀ ਕਰ ਰਹੇ ਨੇ। Like the girl told me like, do you want to hug me? I mean, this is between me and her. ਹਰਗਿਜ਼ ਨਹੀਂ ਕਰ ਰਹੇ, ਜ਼ਬਰਦਸਤੀ ਨਹੀਂ ਕਰ ਰਹੇ। ਉਹ ਅਗਰ ਜ਼ਬਰਦਸਤੀ ਚੇਂਜ ਕਰ ਸਕਦੇ ਉਹਨੇ ਕੁੜੀ ਆ ਤੁਹਾਡੇ ਕੋਲ ਭੇਜ ਦਿੱਤੀ। ਪਰ ਕੁੜੀ ਦਾ ਜਿਹੜਾ ਬਿਹੇਵੀਅਰ ਪਹਿਲਾਂ ਹੀ ਗਲਤ ਸੀਗਾ ਕਿ ਇਹਨੂੰ ਹਰਾਮਜ਼ਾਦਾ ਕਹਿਣਾ ਸ਼ਬਦ ਉਸ ਵੇਲੇ ਗੁਰਵਿੰਦਰ ਦੀ ਮਿਸਟੇਕ ਹੋਈ। ਗੁਰਵਿੰਦਰ ਉਸ ਵੇਲੇ ਤੂੰ ਪੌਜ਼ ਕਰ ਲੈਣਾ ਸੀ ਐਪਲੀਕੇਸ਼ਨ ਨੂੰ, ਜਿਹੜੀ ਸਪਾਂਸਰਸ਼ਿਪ ਸੀਗੀ, ਤੇ ਤੂੰ ਸੈਟਲ ਕਰਨ ਲਈ ਪੰਜਾਬ ਜਾਣਾ ਸੀਗਾ ਔਰ ਗੈਟ ਟੂਗੇਦਰ ਕਰਨਾ ਸੀਗਾ ਕਿ ਦ ਵੇ ਸ਼ੀ ਟਾਕਿੰਗ ਟੂ ਮੀ। ਐਂਡ ਜਦੋਂ ਅਮਰੀਕਾ ਆ ਜਾਵੇ ਤਾਂ ਫਿਰ ਇਹ ਬਿਹੇਵੀਅਰ ਜਿਹੜਾ ਹੋਰ ਵੀ ਮੇਰੇ ਪ੍ਰਤੀ ਬੈਡ ਹੋ ਸਕਦਾ। ਆਈ ਐਮ ਸੋ ਵਰੀ ਅਬਾਊਟ ਇਟ ਮਾਈ ਫਿਊਚਰ ਕਿ ਵੀ ਸ਼ੁੱਡ ਹੈਵ ਅ ਕਨਵਰਸੇਸ਼ਨ ਔਰ ਡਿਸਕਸ ਫੈਮਿਲੀ 'ਚ ਕਰਨੀ ਸੀ ਕਿ ਇਹਦਾ ਬਿਹੇਵੀਅਰ ਠੀਕ ਕਰੋ, ਪਹਿਲਾਂ ਆਪਣਾ ਬਿਹੇਵੀਅਰ ਠੀਕ ਕਰੇ, ਦੈਨ ਆਈ ਸਪਾਂਸਰ, ਅਦਰਵਾਈਜ਼ ਆਈ ਵਿਲ ਬੀ ਹੋਲਡ ਦੀ ਐਪਲੀਕੇਸ਼ਨ। ਯੂ ਟੇਕ ਬਿਗ ਬਲਾਈਂਡਰ ਮਿਸਟੇਕ। ਹਾਂਜੀ, ਐਕਚੁਅਲੀ ਮੇਰੀ ਫੈਮਿਲੀ ਦਾ ਪ੍ਰੈਸ਼ਰ ਪਾਤੇ। ਮੈਂ ਬ੍ਰਦਰ ਇਜ਼ ਸਟੇਟ ਬੈਂਕ ਆਫ ਇੰਡੀਆ 'ਚ ਹੈਗੇ ਨੇ। ਮੇਰੇ ਬ੍ਰਦਰ ਹੀ ਇਜ਼ ਅ ਬਿਗ ਲੀਡਰਸ਼ਿਪ ਪੋਜੀਸ਼ਨ। I know, but ਵਿਆਹ ਤੇਰਾ ਹੋਇਆ ਨਾ ਤੇਰੇ ਬ੍ਰਦਰ ਦਾ ਹੋਇਆ ਔਰ ਤੇਰੇ ਫਿਊਚਰ ਹੈ ਨਾ ਤੇਰੇ ਬ੍ਰਦਰ ਦਾ। ਗੁਜ਼ਾਰਨੀ ਤੁਹਾਡੇ ਭਾਈ ਨੇ ਗੁਜ਼ਾਰਨੀ ਹੈ। ਹਾਂ, ਲਾਈਫ ਤੁਸੀਂ ਗੁਜ਼ਾਰਨੀ ਸੀ ਨਾ ਕਿ ਤੁਹਾਡੇ ਭਰਾ ਨੇ। ਆਈ ਨੋ ਤੁਸੀਂ ਅੰਡਰ ਪ੍ਰੈਸ਼ਰ ਤੇ ਸਾਡਾ ਸਮਾਜ ਦੀ ਇੱਕ ਬਹੁਤ ਵੱਡੀ ਸਮੱਸਿਆ ਆ। ਉਹ ਸਾਡੇ ਤਾਏ ਨੇ ਮੈਨੂੰ ਕਹਿਤਾ ਸੀ, ਮੇਰੇ ਭੂਆ ਨੇ ਕਹਿਤਾ ਜੀ ਤੈਨੂੰ ਕਰਨਾ ਪੈਣਾ, ਤੇਰੇ ਫੁੱਫੜ ਨੇ ਕਹਿਤਾ। ਵਿਆਹ ਤੁਸੀਂ ਕਰਾਇਆ ਹੁੰਦਾ ਨਾ ਕਿ ਭੂਆ ਫੁੱਫੜ ਨੇ ਕਰਾਇਆ ਹੁੰਦਾ। ਸੋ ਇਹ ਤੁਹਾਡਾ ਡਿਸੀਜਨ ਹੋਣਾ ਚਾਹੀਦਾ। ਯੂ ਨਾਟ ਅ ਯੰਗ, ਯੂ ਆਰ ਮੈਚੁਰ ਪਰਸਨ ਔਰ ਤੁਸੀਂ ਦੇਸ਼ ਕੌਮ ਦੀ ਖਾਤਰ। ਤੁਹਾਨੂੰ ਇੰਨਾ ਅਰਸਾ ਹੋ ਗਿਆ ਅਮਰੀਕਾ 'ਚ ਰਹਿੰਦੇ ਹੋਏ, ਇੱਥੇ ਦੇ ਬੰਦਾ ਸਭ ਤੋਂ ਪਹਿਲੇ ਆਪਣਾ ਕੰਫਰਟ ਦੇਖਦਾ ਹੈ। ਯਾਰ ਮੇਰਾ ਜਿਹੜਾ ਪਾਰਟਨਰ, ਮੈਂ ਨਾ ਕੰਫਰਟ ਹੈਗਾ ਕਿ ਨਹੀਂ, ਮੈਂ ਨਾਲ ਜ਼ਿੰਦਗੀ ਗੁਜ਼ਾਰ ਸਕਦਾ ਕਿ ਨਹੀਂ। ਥੈਂਕਸ ਕਾਲਿੰਗ। ਆਈ ਹੈਵ ਟੂ ਗੋ ਨੈਕਸਟ ਕਾਲ। ਲੈਟ ਮੀ ਗੋ ਟੂ ਅਦਰ ਕਾਲ ਪਲੀਜ਼। ਹਾਂਜੀ, ਨੈਕਸਟ ਕਾਲ ਪਲੀਜ਼। ਨੰਬਰ 3 ਕਾਲਰ ਪ੍ਰੋਸੀਡ ਕਰੋ। ਬਾਸੀ ਸਾਹਿਬ, ਗੁੱਡ ਮਾਰਨਿੰਗ, ਹਾਊ ਆਰ ਯੂ? ਐਕਸਲੈਂਟ। ਮੇਰਾ ਸਿੰਪਲ ਕੁਐਸਚਨ ਹੈ ਜੀ ਗੁਰਵਿੰਦਰ ਸਿੰਘ ਨੂੰ, ਕਿ ਇਹਨਾਂ ਨੂੰ ਕੀ ਮਿਲ ਰਿਹਾ ਟੀਵੀ ਤੇ ਆ ਕੇ ਲੋਕਾਂ ਦੇ ਓਪੀਨੀਅਨ ਲੈਣ ਦਾ? ਇਹਨਾਂ ਦਾ ਘਰ ਦਾ ਮਸਲਾ ਆ। ਇੱਕ ਸੈਕਿੰਡ ਜੀ ਪਲੀਜ਼, ਹੋਲਡ ਔਨ 1 second, hold on 1 second, take this call away. Asif sir, guide these callers, call them back and tell them get lost. ਹਾਂਜੀ, ਨੰਬਰ 3 2 caller please. ਬਾਕੀ ਸਾਹਿਬ ਜੀ, ਮੈਂ ਜਿਹੜੀ ਤੁਸੀਂ ਗੱਲ ਗੈਟ ਟੂਗੇਦਰ ਵਾਲੀ ਕੀਤੀ ਹੈ, 4 ਦਿਨ ਤਾਂ ਉੱਥੇ ਰਹਿ ਕੇ ਆਇਆ ਵੀਰ। ਇੰਨੇ ਟਾਈਮ ਦਾ ਬੰਦੇ ਦਾ ਸੁਭਾਅ ਪਤਾ ਲੱਗ ਜਾਂਦਾ। ਤੇ ਇੱਕ ਗੱਲ ਹੋਰ ਬਾਸੀ ਸਾਹਿਬ, ਇੱਕ ਗੱਲ ਨੋਟ ਕੀਤੀ ਮੈਨੂੰ ਇਹਦੇ ਵਿੱਚ ਨਾ, ਹੁਣ ਮੈਂ ਵਰਡ ਯੂਜ਼ ਨਹੀਂ ਕਰਨਾ ਚਾਹੁੰਦਾ। ਜਦੋਂ ਲੜਕੀ 에ਅਰਪੋਰਟ ਤੇ ਆਈ ਆ, ਵੀਰ ਨੂੰ ਇੱਕੋ ਚੀਜ਼ ਦੀ, ਜਿੱਦਾਂ ਨਾ ਆਪਾਂ ਕਹਿ ਦਿੰਦੇ ਆ ਵੀ ਖਿੱਚ ਵੀ ਛੇਤੀ ਰੂਮ 'ਚ ਜਾਣਾ, ਉਹ ਚੀਜ਼ ਇਹਦੇ ਵਿੱਚੋਂ ਝਲਕ ਰਹੀ ਆ ਬਹੁਤ ਜ਼ਿਆਦਾ। ਉਹ ਲੜਕੀ ਨੂੰ ਇਹਨੂੰ ਟਾਈਮ ਦੇਣਾ ਚਾਹੀਦਾ ਸੀ, ਇੱਥੇ ਇਹਨੂੰ ਘੁੰਮਣਾ ਫਿਰਨਾ ਚਾਹੀਦਾ ਸੀ, ਉਹਨੂੰ ਆਪਦੇ ਆਪ ਨੂੰ ਉਹਨੂੰ ਸਮਝਣ ਦੇਣਾ ਚਾਹੀਦਾ ਸੀ। ਥੋੜਾ ਜਿਹਾ ਅਮਰੀਕਾ ਵਾਲੀ ਨਾ ਲਿਵਿੰਗ ਜਿਹੜੀ ਅਮਰੀਕਾ ਦੀ ਆ, ਉਹਨੂੰ ਇਹ ਥੋੜਾ ਜਿਹਾ ਲੜਕੀ ਦੇ ਉੱਤੇ ਇਹਨੂੰ ਐ ਸੀਗਾ ਵੀ ਉਵੇਂ ਇੱਕੋ ਦਮ ਵੀ ਇਹ ਮੇਰੇ ਨਾਲ ਅੰਡਰਸਟੈਂਡ ਕਰੇ। ਉਹਨੂੰ ਥੋੜਾ ਇਹਨੂੰ ਟਾਈਮ ਦੇਣਾ ਚਾਹੀਦਾ ਹੈ। ਬਾਕੀ ਸਾਹਿਬ, ਉਹ ਕੁੜੀ ਇਹਦੇ ਘਰੇ ਰਹਿ ਸਕਦੀ ਆ, ਤੁਸੀਂ ਇਹਨਾਂ ਦਾ ਫੈਸਲਾ ਕਰਾ ਸਕਦੇ ਹੋ। ਇੱਕ ਗੇਰੀ ਉਹ ਕੁੜੀ ਦੇ ਕਿਸੇ ਵੀ ਫੈਮਿਲੀ ਮੈਂਬਰ ਨੂੰ ਕਾਲ ਦੇ ਉੱਤੇ ਲੈ ਕੇ ਆਓ। ਇਹ ਥੋੜਾ ਜਿਹਾ ਉਹਨੂੰ ਟਰੀਟ ਕਰ ਰਿਹਾ ਸੀ 에ਅਰਪੋਰਟ ਤੇ ਉੱਤਰ ਅਨੁਸਾਰ। ਮੈਂ ਸਾਰੀ ਗੱਲ ਸੁਣੀ ਆ ਵੀ ਜਿੱਦਾਂ ਇੱਥੇ ਅਮਰੀਕਾ ਦੀਆਂ ਲੜਕੀਆਂ ਜਾਂ ਮੁੰਡੇ ਜਾਂ ਇੱਥੇ ਦਾ ਜਿਹੜਾ ਕਲਚਰ ਆ ਉਹ ਜਿਵੇਂ ਬਿਹੇਵੀਅਰ ਕਰਦੇ ਆ, ਬਟ ਉਹਨੂੰ 에ਅਰਪੋਰਟ ਤੇ ਉਤਰਨ ਤੋਂ ਲੈ ਕੇ ਉਹਨੂੰ ਥੋੜਾ ਬਹੁਤ ਇਹਨੂੰ ਸਮਝਣ ਨੂੰ ਟਾਈਮ ਤਾਂ ਦੇਣਾ ਚਾਹੀਦਾ ਸੀਗਾ ਨਾ। ਇੱਕੋ ਦਮ ਰੂਮ, ਤੁਸੀਂ ਇਹ ਸਾਰੀ ਇਹਦੀ ਰਿਕਾਰਡਿੰਗ ਸੁਣਿਓ, ਤੁਹਾਨੂੰ ਇੱਕ ਚੀਜ਼ ਇਹਦੇ ਵਿੱਚ ਜ਼ਰੂਰ ਝਲਕ ਪਊਗੀ। ਤੁਹਾਨੂੰ 42 ਸਾਲ ਹੋ ਗਏ ਬਾਸੀ ਸਾਹਿਬ, 40 ਸਾਲ ਹੋ ਗਏ, ਕਿਹੜੀ ਚੀਜ਼ ਦੀ ਝਲਕ ਪੈਂਦੀ ਹੈ ਤੁਸੀਂ ਵੀ ਸਮਝਦੇ। ਇਹਨੂੰ ਬਹੁਤ ਜ਼ਿਆਦਾ ਕਾਹਲੀ ਸੀ। ਤੁਸੀਂ ਅੰਡਰਸਟੈਂਡ ਨਹੀਂ ਕਰਦੇ। ਹੋਲਡ ਔਨ, ਤੁਸੀਂ ਮਿਸ ਅੰਡਰਸਟੈਂਡ ਕਰ ਰਹੇ ਹੋ। ਇਹਨਾਂ ਦਾ ਰੂਮ ਲੈਣ ਦਾ ਮਕਸਦ, ਇਹਨਾਂ ਕੋਲ देयर इज नो एनी स्पेस, they don't have any rental property or property। ਜਦੋਂ ਲੜਕੀ 에ਅਰਪੋਰਟ ਤੇ ਉਤਰੀ ਆ, ਵੀਰ ਉਦੋਂ ਜੌਬ ਕਰਦਾ ਸੀਗਾ ਕਿ ਰਿਟਾਇਰ ਹੋ ਗਿਆ ਸੀ? ਜਦ ਤੁਹਾਡੀ ਵਾਈਫ ਆਈ ਆ, ਸਟਿਲ ਯੂ ਆਰ ਸਟਿਲ ਔਨ ਜੌਬ ਔਰ ਤੁਸੀਂ ਰਿਟਾਇਰਡ ਸੀ ਆਲਰੇਡੀ? ਮੈਂ ਆਰਮੀ ਤੋਂ ਰਿਟਾਇਰ ਹੋ ਕੇ ਮੂਵ ਹੋਇਆ ਹੈਗਾ। ਮੈਂ ਟੈਕਸਸ 'ਚ ਪਹਿਲਾਂ ਮੇਰੀ ਪੋਸਟਿੰਗ ਹੈਗੀ ਸੀ। ਮੈਂ ਟੈਕਸਸ ਤੋਂ ਮੈਂ ਨਾਰਥ ਕੈਰੋਲਾਈਨਾ ਮੂਵ ਹੋਇਆ। ਨਹੀਂ ਵੀਰ, ਜਦੋਂ ਤੁਹਾਡੀ ਵਾਈਫ ਆਈ ਆ, ਤੁਸੀਂ ਜੌਬ ਕਰਦੇ ਸੀ? ਰਿਟਾਇਰ ਸੀਗੇ। ਓਕੇ, ਜਿਹੜਾ ਬਾਸੀ ਸਾਹਿਬ ਗਵਰਨਮੈਂਟ ਦਾ ਡੌਗ ਆ, ਉਹ ਜਦੋਂ ਤੁਸੀਂ ਰਿਟਾਇਰ ਹੋ ਜਾਂਦੇ ਹੋ, ਉਹ ਤੁਹਾਡੀ ਆਪਸ਼ਨ, ਤੁਹਾਡੀ ਚੁਆਇਸ ਹੁੰਦੀ ਆ। ਉਹ ਨਾਲ ਉਹਨੂੰ ਵੀ ਰਿਟਾਇਰ ਕਰ ਦਿਆ ਕੁੱਤੇ ਨੂੰ ਵੀ, ਤੁਸੀਂ ਰੱਖਣਾ ਜਾਂ ਨਹੀਂ ਰੱਖਣਾ। ਉਹਨੂੰ ਇੱਥੇ ਕੋਈ ਅਡਾਪਟ ਵੀ ਕਰ ਸਕਦਾ। ਇਹਨਾਂ ਦਾ ਚਲੋ ਜ਼ਿਆਦਾ ਪਿਆਰ ਸੀਗਾ, ਇਹਨਾਂ ਨੇ ਰੱਖਿਆ। ਉਹ ਕੁੱਤੇ ਵਾਲੀ ਗੱਲ ਨੂੰ ਇਸ਼ੂ ਨਾ ਬਣਾਇਆ ਜਾਵੇ, ਉਹ ਨਾਟ ਬਿਗ ਡੀਲ। ਉਹ ਤਾਂ ਉਹਨੂੰ ਅਲੱਗ ਰੱਖਣਾ ਸੀਗਾ ਜੇ ਜੌਬ ਕਰਦੇ ਹੁੰਦੇ।
ਫੇਰ ਨਹੀਂ ਉਹ ਕਿਸੇ ਦੇ ਨਾਲ ਰਹਿਣ ਦਿੰਦੇ। ਜੇ ਰਿਟਾਇਰ ਨੇ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਸੀ। ਆਪਦੀ ਵਾਈਫ ਨੂੰ ਜਦੋਂ ਇਹਨਾਂ ਨੇ 에ਅਰਪੋਰਟ ਤੋਂ ਚੱਕਿਆ ਨੂੰ ਥੋੜਾ ਜਿਹਾ ਟਾਈਮ ਦਿੰਦੇ, ਘੁਮਾਉਂਦੇ ਫਿਰਾਉਂਦੇ, ਐਂਡ ਆਫ ਸਟੋਰੀ ਮੋਰਲ ਇਹੀ ਨਿਕਲਣਾ। ਦੇਖ ਲਿਓ ਇਹਨਾਂ ਨੇ 에ਅਰਪੋਰਟ ਤੋਂ ਨੂੰ ਪਿਕ ਕੀਤਾ, ਸਿੱਧਾ ਹੋਲਡ ਅ second, I have a couple questions. ਮੈਨੂੰ ਟੈਕਸਟ ਕਰ ਰਹੇ ਨੇ ਲੋਕ, ਈਮੇਲ ਆਈਆਂ। ਹੋਲਡ ਜੀ ਇੱਕ ਸੈਕਿੰਡ, ਹੋਲਡ on 1 second. I couldn't understand why people keep ringing. Oh, this is not right question to ask you. Do you mind, because public ਦੇ question ਆ ਰਹੇ ਨੇ ਬਹੁਤ ਸਾਰੇ, ਤਕਰੀਬਨ 10 ਤੋਂ 12 ਮੈਨੂੰ ਟੈਕਸਟ ਆਏ ਨੇ। they asking ਤੁਹਾਡੇ ਕੋਲ ਡੌਗ ਹੈ, ਉਹ ਸਟਿਲ ਤੁਹਾਡੇ ਕੋਲ ਡੌਗ ਹੈ ਇਸ ਵੇਲੇ? ਹਾਂਜੀ ਹਾਂ, ਮੇਰੇ ਨਾਲ ਹੈਗਾ। ਓਕੇ, ਤੁਹਾਡੇ ਨਾਲ ਹੈਗਾ। so one more question, this is a male or female? he is a male dog. okay, ਇਹ ਹੁਣ ਕਿੱਥੇ ਰਹਿ ਰਹੇ ਨੇ ਬਸੀ ਸਾਹਿਬ? ਓਕੇ, ਉਦੋਂ ਤਾਂ ਇਹਨਾਂ ਨੇ ਹੋਟਲ ਲਿਆ, ਚੱਲ ਹੁਣ ਕਿੱਥੇ ਰਹਿ ਰਹੇ ਆ ਵੀਰ? ਹੁਣ ਕਿੱਥੇ ਰਹਿ ਰਹੇ ਆ? ਇੱਧਰ ਇੰਡੀਆ ਵਰਗਾ ਨਹੀਂ ਹੁੰਦਾ। ਲਾਈਕ ਇੱਥੇ ਜਦੋਂ ਕਰ ਲੈਂਦੇ ਹੋ ਤੁਸੀਂ, ਰੈਂਟ ਤੇ ਵੀ ਲੈਂਦੇ ਹੋ, ਤੇ ਤੁਹਾਨੂੰ 12 ਮਹੀਨੇ ਮੈਨੂੰ ਵੀ ਇੱਥੇ ਆਏ ਨੂੰ 14-15 ਸਾਲ ਹੋਣ ਵਾਲਾ। ਮੈਂ ਇਹੀ ਪੁੱਛਦਾ ਵੀ ਹੁਣ ਕਿੱਥੇ ਰਹਿ ਰਹੇ ਹੋ ਤੁਸੀਂ? ਬਲਹੀਰ ਮੈਂ ਡਿਸਕਲੋਜ਼ ਕਿੱਥੇ ਰਹਿੰਦੇ ਹੋ? ਨਾਰਥ ਕੈਰੋਲਾਈਨਾ ਚ ਹੈਗਾ। ਨਹੀਂ ਘਰੇ ਰਹਿੰਦੇ ਹੋ ਕੋ ਹੋਟਲ 'ਚ ਰਹਿੰਦੇ ਹੋ? ਰੈਂਟ ਦੇ ਘਰ 'ਚ ਰਹਿੰਦੇ ਕੋ ਹੋਟਲ 'ਚ? ਮੈਂ ਹੋਟਲ 'ਚ ਰਹਿ ਰਿਹਾ ਹੈਗਾ। I'm thinking of moving to another state because like ਸਾਰੀ ਝੂਠ ਆ। ਜਦੋਂ ਇਹਨੂੰ ਮਰਜ਼ੀ ਕੁੜੀ ਨੂੰ ਲੈਣ ਤੇ ਲੈ ਆਵੋ ਯਾਰ। ਇੰਨਾ ਟਾਈਮ ਕੋਈ ਬੰਦਾ ਹੋਟਲ 'ਚ ਐਵਰੀਡੇ ਰੈਂਟ ਦੇ ਰਿਹਾ, $1200 ਤੇ ਘਰ ਨਹੀਂ ਕਿਰਾਏ ਤੇ ਲਊਗਾ। ਹੈ ਗਵਰਨਮੈਂਟ ਦੇ ਵੱਲੋਂ ਇਹਨਾਂ ਨੂੰ ਫੰਡਿੰਗ ਆ ਰਹੀ ਹੈ ਹਲੇ। ਬਸ ਯਾਰ ਜਿੰਨੀ ਮਰਜ਼ੀ ਫੰਡਿੰਗ ਹੋਵੇ, ਗਵਰਨਮੈਂਟ ਰਿਟਾਇਰ ਬੰਦੇ ਨੂੰ ਹੋਟਲ 'ਚ ਰਹਿਣ ਦੇ ਪੈਸੇ ਨਹੀਂ ਦਿੰਦੀ। ਮੈਨੇਜਮੈਂਟ ਕੰਸਲਟੈਂਟ ਹੈਗਾ। I'm a management consultant with military experience and experience across different industries. Everyday motel te reh rahe. All right, issue callers, this caller, please don't attach this issue, please. Thank you so much. ਯਾਰ ਇਹ ਸਾਰਿਆਂ ਨੂੰ ਵੱਡਾ ਇਸ਼ੂ ਹੀ ਹੈ। Okay, fine, thank you so much. Caller, please, ਮੈਂ ਤੁਹਾਨੂੰ ਅੱਗੇ ਲੈਣੀ ਚਾਹਾਂਗੇ, ਜਿਸ ਵੇ ਅੱਗੇ ਦੇ ਦੂਜੀ ਕਾਲ ਤੇ ਜਾਣ ਦੀ। ਬਸ ਯਾਰ ਸਲੂਟ, ਬਾਏ ਬਾਏ। ਅਗਲੀ ਕਾਲ ਪਲੀਜ਼, ਫਸਟ ਕਾਲਰ ਪਲੀਜ਼। ਭਾਜੀ ਸਾਹਿਬ ਸਤਿ ਸ੍ਰੀ ਅਕਾਲ ਜੀ। ਮੈਂ ਫੌਜੀ ਵੀਰ ਨੂੰ ਸਮਝਣਾ ਚਾਹੁੰਦਾ ਜੀ। ਭਾਜੀ ਹੁਣੀ ਕਹਿੰਦੇ ਮੈਂ ਰਿਟਾਇਰ ਹੋਇਆ, 39 ਦੀ ਉਮਰ ਹੋ ਗਈ ਆ। ਤੇ ਭਾਜੀ ਗੱਲ ਇਹ ਆ ਵੀ ਇਹ ਭਾਜੀ ਹੁਣੀ ਆਰਮੀ ਦੇ ਵਿੱਚ ਬੰਬ ਚੱਕ ਇਹਨਾਂ ਦਾ ਤਾਂ ਮੇਰੇ ਹਿਸਾਬ ਨਾਲ ਉਦਾਂ ਹੀ ਬੁਰਾ ਹਾਲ ਹੋਇਆ। ਕਹਿੰਦੇ ਜੀ ਮੈਂ ਮੋਟਲ ਦੇ ਵਿੱਚ ਰਹਿ ਰਿਹਾ। ਮੋਟਲ ਦੇ ਵਿੱਚ ਰਹਿਣ ਦੀ ਕੀ ਲੋੜ ਪੈ ਗਈ ਜੀ ਇਹਨਾਂ ਨੂੰ? ਪਹਿਲੀ ਗੱਲ ਤਾਂ ਇਹ, ਤੇ ਨਾਲੇ ਆਰਮੀ ਵਾਲੇ ਭਾਜੀ ਇੰਨੇ ਪੈਸੇ ਦਿੰਦੇ ਵੀ ਨਹੀਂ ਗੇ ਇਹੋ ਜੀ ਵੀ ਜਿਹੜਾ ਤੁਹਾਨੂੰ ਮੋਟਲ ਅਫੋਰਡ ਕਰ ਸਕਣ ਜੀ ਭਾਜੀ। ਤੇ ਹੁਣ ਉਹਨੇ ਤਾਂ ਫਿਰ ਜਾਣਾ ਹੀ ਸੀਗਾ, ਜਾਂ ਕੁੜੀ ਨੂੰ ਵੀ ਲੈ ਕੇ ਆਓ ਭਾਜੀ। ਗੱਲ ਤਾਂ ਬਣਦੀ ਆ। ਹੁਣ ਇੱਕ ਪੱਖ ਨਾ ਸੁਣੀ ਜਾਓ ਜੀ। ਬਾਕੀ ਇਹਨੂੰ ਬਾਜੀ ਮੈਂ ਤਾਂ ਕਹੂੰਗਾ ਆਰਮੀ ਵਾਲੇ ਨੂੰ ਥੋੜਾ ਜਿਹਾ ਇਹਦੇ ਅੰਦਰ ਕਮਜ਼ੋਰੀ ਆਈ ਹੈ, ਇਹਨੂੰ ਈਲੂ ਥੋੜਾ ਜਿਹਾ ਖਿਲਾਉਣਾ ਚਾਹੀਦਾ, ਫੇਰ ਗੱਲ ਬਣਨੀ ਆ ਕੋਈ। ਓਕੇ ਜੀ। Okay, Mr. Basi, let me answer to this question. Why I'm in a hotel? Yeah. So the military that's ਜੀ ਫੌਜੀ ਸਾਹਿਬ ਹੋਲਡ ਕਰੋ ਜੀ। ਤੇ ਤੁਹਾਡਾ ਜਿਹੜਾ ਫੌਜੀ ਸਾਹਿਬ ਹੁਣ ਸਾਰੇ ਕਾਲਰਾਂ ਨੂੰ ਦੱਸਣਗੇ ਕਿ ਹੋਟਲ ਦੇ ਵਿੱਚ ਕਿਉਂ ਰਹਿ ਰਹੇ ਨੇ। ਤੇ ਅਸੀਂ ਅਗਲੀ ਕਾਲ ਜਾਂਦੇ। ਸਾਡੀ ਲਾਈਨ 'ਚ ਅਮਰੀਕਾ ਦੇ ਫੌਜ ਵਿੱਚ ਸਰਵਿਸ ਕਰ ਚੁੱਕੇ ਗੁਰਵਿੰਦਰ ਸਿੰਘ ਨੇ, ਜਿਨ੍ਹਾਂ ਦੀ ਸ਼ਾਦੀ ਹੋਈ ਅਤੇ 14 ਦਿਨਾਂ ਬਾਅਦ ਲੜਕੀ ਫਰਾਰ ਹੋ ਜਾਂਦੀ ਹੈ। ਤੇ ਕਿੰਨਾ ਮਨ ਦੁਖੀ ਹੈ ਇਸ ਲੜਕੇ ਦਾ। ਔਰ ਦੇਸ਼ ਕੌਮ ਦਾ ਰਖਵਾਲਾ ਰਿਹਾ ਹੋਵੇ, ਉਹਦੇ ਵਿੱਚ ਧੋਖਾ ਹੋਵੇ, ਮਾੜੀ ਗੱਲ ਹੈ। ਬਹੁਤ ਮਾੜਾ ਰੁਝਾਨ ਹੈ ਲੜਕੀਆਂ ਦਾ। ਸੋ ਸੈਡ, ਕਿਉਂਕਿ ਹਲੇ ਸਟੋਰੀ ਵਨ ਸਾਈਡਡ ਹੈ। ਹਾਂਜੀ ਹਰਜੀਤ, ਨੰਬਰ 3 ਤੇ ਕੀ ਕਹਿਣਾ ਚਾਹੁੰਦੇ ਹੋ? ਕੰਮ ਹੋਇਆ, ਚਲੋ ਜਿਹੜਾ ਚਾਹੇ ਤਾਂ ਮੁੰਡਾ ਗਲਤ ਆ ਚਾਹੇ ਕੁੜੀ ਗਲਤ ਆ, ਇਹਦਾ ਇੱਕ ਅਲੱਗ ਗੱਲ ਆ। ਇੱਕ ਜਿਹੜੇ ਲੋਕੀ ਆ ਕੇ ਕਹਿੰਦੇ ਨੇ ਇਹਨੂੰ ਅੱਗ ਲੱਗੀ ਹੋਈ ਹੈ, ਸਿੱਧਾ ਹੋਟਲ 'ਚ ਲੈ ਜਾਂਦੇ ਜੀ ਵੀ ਇਹਨਾਂ ਦੀਆਂ ਧੀਆਂ ਜਾਂ ਮਾਵਾਂ ਨਹੀਂ ਇੱਥੇ ਬੈਠੀਆਂ ਟੀਵੀ ਦੇਖਦੀਆਂ ਜਾਂ ਸੋਹ ਨਹੀਂ ਦੇਖਦੀਆਂ, ਮਾੜੀ ਮੁੱਟੀ ਤਾਂ ਸ਼ਰਮ ਕਰਨ ਨਾ ਜੀ। ਇਹ ਲੋਕ ਉਹ ਆ ਕੇ ਕਹਿੰਦੇ ਨੇ ਇਹਨੂੰ ਇੰਨੀ ਕਾਹਦੀ ਕਾਹਲੀ ਸੀ, ਉੱਥੇ ਲੈ ਗਿਆ ਜੀ, ਇੱਥੇ ਦੇ ਜਵਾਕ ਏਦਾਂ ਕਰਦੇ ਨੇ। ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਫਿਰ ਲੋਕੀ ਕਹਿੰਦੇ ਫਿਰ ਸਟੂਡੈਂਟਾਂ ਨੂੰ ਕਹਿੰਦੇ ਆ, ਹਨਾ। ਮੈਨੂੰ ਇਹ ਨਹੀਂ ਸਮਝਦੀ ਲੋਕੀ ਇਹ ਮਸਲਾ ਕਾਹਤੇ ਵਿੱਚ ਲੈ ਆਉਂਦੇ ਨੇ, ਕਿ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ। ਲੋਕਾਂ ਨੂੰ ਇਹ ਨਹੀਂ ਪਤਾ ਵੀ ਅਸੀਂ ਸਾਰੇ ਗੱਲ ਤੇ ਖੜੀ ਹੈ ਨਾ, ਵੀ ਗੱਲ ਕੀ ਆ, ਰੌਲਾ ਕਿਹੜੀ ਗੱਲ ਦਾ ਵਾ, ਹਨਾ। ਉਹ ਕੁੜੀ ਗਈ ਆ, ਕਿਉਂ ਗਈ ਆ? ਉਹ ਹੋਟਲ 'ਚ ਲੈ ਗਿਆ ਜੀ, ਇਹਨੂੰ ਸਿੱਧਾ ਹੀ, ਇਹਨੂੰ ਕਾਹਲੀ ਲੱਗੀ ਸੀ, ਇਹਨੂੰ ਜੱਫੀ ਨਹੀਂ ਪਾਈ। ਮੈਨੂੰ ਤਾਂ ਆਹੀ ਗੱਲਾਂ ਤੇ ਸਮਝ ਨਹੀਂ ਆਉਂਦੀ ਲੋਕੀ ਇਹੋ ਜਿਹੀਆਂ ਗੱਲਾਂ ਕਾਹਤੇ ਕਰਨੇ, ਬੇਫਾਲਤੂ ਗੱਲਾਂ। I don't know why they're doing this. I couldn't understand myself, dear. ਆਓ ਤੜਕਾ ਕਿੰਗ ਰੈਸਟੋਰੈਂਟ ਹੈ ਜਿਹੜਾ ਕਿ ਬ੍ਰੈਂਪਟਨ ਡਾਊਨਟਾਊਨ ਵਿੱਚ 12 ਵਜੇ ਖੁੱਲ੍ਹਦਾ ਤੇ ਦੁਪਹਿਰ ਨੂੰ 2 ਵਜੇ ਤੱਕ ਜੀ ਹਾਂ ਹਾਜ਼ਰ ਹੈ। ਸੋ ਤੁਸੀਂ ਬਹੁਤ ਸਾਰੇ ਆਈਟਮ, ਇੱਕ ਨੂੰ ਦੂਜੀ ਫ੍ਰੀ ਹੈ। ਇਹ ਨਵਨੀਤ ਲੋਟੇ ਦਾ ਖੁੱਲਿਆ ਰੈਸਟੋਰੈਂਟ ਤੁਹਾਨੂੰ ਫਿੱਕੇ ਪੈਜ ਵੀ ਕਰਦਾ ਹੈ। 100 ਬੰਦੇ ਕੈਪੈਸਿਟੀ ਵਾਲਾ ਹਾਲ ਹੈ ਬ੍ਰੈਂਪਟਨ ਡਾਊਨਟਾਊਨ ਵਿੱਚ। ਆਓ ਤੜਕਾ ਕਿੰਗ ਤੇ ਰਾਤ ਦੇ 2 ਵਜੇ ਤੱਕ ਕਾਲ ਕਰੋ 9523 0102 ਤੇ ਕਾਲ ਕਰ ਸਕਦੇ ਹੋ। ਹਾਂ, ਬੈੱਡ ਐਂਡ ਬਾਥ, ਜਿੱਥੇ ਕਿ ਸੌਡਲ ਵਿੱਚ 5 ਧਾਰਮਿਕ ਰੀਡੀ ਲੈ ਸਕਦੇ ਹੋ ਅਤੇ 6 ਰਜਾਈਆਂ, 2 ਬੈਡਸ਼ੀਟਾਂ ਨਾਲ ਤੀਜੀ ਫ੍ਰੀ ਹੈ। ਹੋਰ ਵੀ ਸਮਾਨ ਬੜਾ ਹੀ ਸਸਤਾ। ਬੈੱਡ ਐਂਡ ਬਾਥ ਇੱਕ ਗਿਫਟ ਹਾਊਸ ਹੈ 25 ਚੈਰੀ ਕਸਟ ਤੇ। ਬੈੱਡ ਐਂਡ ਬਾਥ ਨੰਬਰ ਹੈ 6472074644 ਤੇ ਤੁਸੀਂ ਕਾਲ ਕਰ ਸਕਦੇ ਹੋ।
ਹਾਂਜੀ ਸਾਡੀ ਲਾਈਨ ਤੇ ਆ ਚੁੱਕੇ ਨੇ ਨੈਕਸਟ ਕਾਲਰ। ਹਾਂਜੀ ਨੰਬਰ 2 ਕਾਲਰ ਕੀ ਕਹਿਣਾ ਚਾਹੁੰਦੇ ਸਾਡੇ ਸਤਿਕਾਰਯੋਗ ਗੁਰਵਿੰਦਰ ਜੀ ਨੇ, ਜਿਹੜੇ ਕਿ ਸਾਨੂੰ ਬੜੇ ਮਾਣ ਦੀ ਗੱਲ ਹੈ ਕਿ ਪੰਜਾਬ ਦਾ ਜੰਪਲ ਸਾਡੇ ਅਮਰੀਕਾ ਦੇ ਵਿੱਚ ਫੌਜ ਦੇ ਵਿੱਚ ਉਹਨਾਂ ਨੇ ਸਰਵਿਸ ਕੀਤੀ ਹੈ। ਵੀ ਸ਼ੁੱਡ ਪ੍ਰਾਊਡ ਆਫ ਹਿਮ ਔਰ ਉਹਦੀ ਜ਼ਿੰਦਗੀ ਨਾਲ ਧੋਖਾ ਕੀਤਾ ਹੈ। ਕੀ ਕਹਿਣਾ ਚਾਹੁੰਦੇ ਕਾਲਰ? ਬਾਸੀ ਸਾਹਿਬ, ਮੈਂ ਮੁੰਡੇ ਨਾਲ ਗੱਲ ਕਰਨੀ ਚਾਹੁੰਦਾ ਵੀ ਇੱਥੇ ਦਾ ਇਹ ਅਮਰੀਕਾ ਦਾ ਬੋਰਨ ਸੀ। ਗੱਲ ਕਰ ਲਓ ਤੁਸੀਂ ਗੁਰਵਿੰਦਰ ਜੀ, ਗੱਲ ਕਰੋ। ਹਾਂਜੀ ਨਹੀਂ, ਮੈਂ ਅਮਰੀਕਾ ਦਾ ਬੋਰਨ ਨਹੀਂ ਹੈਗਾ। ਕਿੰਨਾ ਚਿਰ ਹੋ ਗਿਆ ਇਹਨੂੰ? ਪਰ ਅੰਗਰੇਜ਼ੀ ਨਾ ਬੋਲੀ ਮੇਰੇ ਨਾਲ, ਮੈਨੂੰ ਪੰਜਾਬੀ ਆਉਂਦੀ ਆ। ਹਾਂਜੀ ਮੈਂ ਹਿੰਦੁਸਤਾਨ ਦਾ ਹੈਗਾ। ਕਿੱਥੇ ਦਾ? ਹਿੰਦੁਸਤਾਨ ਤੋਂ ਆਇਆ ਮੈਂ ਇੱਥੇ ਮੈਂ ਸੇਵਾ ਕੀਤੀ ਇੱਧਰ ਦੀ ਫੌਜ ਦੀ। ਕਿੰਨਾ ਚਿਰ ਹੋ ਗਿਆ ਇੱਥੇ ਆਏ ਨੂੰ? ਇੱਥੇ ਮੈਨੂੰ 11-12 ਸਾਲ ਹੋ ਗਏ ਨੇ। 11-12 ਸਾਲ ਹੋ ਗਏ। ਤੈਨੂੰ 11-12 ਸਾਲ ਹੋਏ ਆ। ਤੇਰੀ ਇੰਗਲਿਸ਼ ਬੜੀ ਚੰਗੀ ਆ, ਮੈਂ ਦੇਖੀ ਆ, ਸੁਣੀ ਆ। ਹਾਂਜੀ ਮੈਂ ਪਹਿਲਾਂ ਮੈਂ ਆਪਣੀ ਫੈਮਿਲੀ ਨਾਲ ਹਾਂਗਕਾਂਗ ਵੀ ਰਹਿ ਚੁੱਕਿਆ। ਮੇਰੀ ਹਾਂਗਕਾਂਗ 'ਚ ਵੀ ਮੈਂ ਗਰੋ ਅਪ ਕੀਤਾ, ਮੈਂ ਕੈਨੇਡਾ 'ਚ ਵੀ ਗਰੋ ਅਪ ਕੀਤਾ। ਮੈਂ ਕੈਨੇਡਾ 'ਚ ਮੈਂ ਵਿਆਹ ਇੰਡੀਆ ਜਾ ਕੇ ਕਰਾਇਆ? ਹਾਂਜੀ ਮੈਂ ਇੰਡੀਆ ਗਿਆ ਸੀ। ਮੈਂ ਅੰਮ੍ਰਿਤਸਰ ਤੋਂ, ਉੱਥੋਂ ਮੈਂ ਮੋਹਾਲੀ 'ਚ ਵਿਆਹ ਕੀਤਾ, ਮੋਹਾਲੀ ਦੀ ਕੁੜੀ ਨਾਲ। ਨਹੀਂ ਤੇ ਤੈਨੂੰ ਕੀ ਲੋੜ ਪਈ ਸੀ ਉੱਥੇ ਜਾਣ ਦੀ? ਤੂੰ ਇੱਥੇ ਰਹਿਣਾ ਤੇ ਇੱਥੇ ਆ ਜਾਣ ਕੇ ਵੀ ਚਲੋ ਕਰਾ ਲਿਆ। ਹਾਂਜੀ ਮੈਂ ਨਹੀਂ ਸਰ, ਆਮ ਟੋਟਲੀ ਓਪਨ ਟੁਡੇ। ਅੱਜ ਦਾ ਦਿਨ ਹੈਗਾ। ਕੁੜੀ ਕਿੰਨੀ ਏਜ ਦੀ ਆ? ਹਾਂਜੀ ਗੱਲ ਹੈ ਕਿ ਇੱਧਰ ਦੀ ਜਿਹੜੀ ਪਲੀ ਬੜੀ ਹੈ ਇੱਥੇ ਕੁੜੀ ਕਿੰਨੀ ਉਮਰ ਦੀ ਆ? ਆਰਮੀ 'ਚ ਪੋਸਟਿੰਗ ਹੋਈ ਹਮੇਸ਼ਾ। ਕੁੜੀ 36 ਸਾਲ ਦੀ ਹੈ ਤੇ 39 ਸਾਲ, 3 ਸਾਲ ਦਾ ਫਰਕ ਹੈ। ਅੱਛਾ 3 ਸਾਲ ਦਾ ਫਰਕ? 4 ਸਾਲ ਦਾ ਫਰਕ ਆ। ਚਲੋ 4 ਸਾਲ ਸਹੀ ਹੈ ਤਾਂ ਚਲੋ ਫੇਰ ਤਾਂ ਕੋਈ ਗੱਲ ਨਹੀਂ। 36 ਸਾਲ ਦੀ ਕੁੜੀ ਉੱਥੇ ਬੈਠੀ ਆ ਫਿਰ ਲਈ ਬੈਠੀ ਕਰਕੇ ਵਿਆਹ ਕਰਾਇਆ? ਮੈਂ ਵਿਆਹ ਕਰਾਇਆ। ਜਾਨੀ ਕਿ ਕਿੰਨੇ ਸਾਲ ਹੋ ਗਏ ਇਹਨੂੰ ਰਿਸਪੌਂਸਰ ਕੀਤੇ ਨੂੰ? ਫਿਰ 2 ਸਾਲ ਤੋਂ ਬਾਅਦ ਇੱਥੇ ਕੁੜੀ ਆ ਜਾਂਦੀ ਆ। ਇਸ ਸਾਲ ਚਾਹੀਏ ਅਪ੍ਰੈਲ 'ਚ। ਨਹੀਂ ਅਮਰੀਕਾ 'ਚ ਤਾਂ 3 ਮਹੀਨੇ ਆ ਜਾਂਦੀ ਆ, 4 ਮਹੀਨੇ ਵਿਆਹ ਸਕਦੀ ਆ। ਕੋਵਿਡ ਸੀ ਯਾਰ, ਤੂੰ ਸਮਝਦੇ ਨਹੀਂ ਕਿ ਕੋਵਿਡ ਦੇ ਵਿੱਚ ਸਭ ਕੁਝ ਬਿਹਾਈਂਡ ਸੀ। ਕਮ ਔਨ ਬੇਬੀ, ਕਮ ਔਨ ਬੇਬੀ, ਮੈਨੂੰ ਬੇਬੀ ਕਹਿੰਦੇ ਰਹਿੰਦੇ ਆ। You try to understand, but this common sense ਹੈ, ਇੱਕ common sense ਹੈ। ਹਰ ਜਗ੍ਹਾ ਹਰ ਕੰਟਰੀ ਦੇ ਵਿੱਚ ਕੋਵਿਡ ਕਰਕੇ ਫਾਈਲਾਂ ਜਿਹੜੀਆਂ ਨੇ ਉਹ ਸਭ ਦੀਆਂ ਠੱਪ ਨੇ ਔਰ ਕੰਮ ਹੋ ਨਹੀਂ ਰਹੇ। ਲੋਕਾਂ ਦੇ 3-3 4 ਸਾਲ ਕੰਮ ਜਿਹੜੇ ਡਿਲੇ ਨੇ। ਔਰ ਇਹਨੂੰ ਪੁੱਛੇ ਵੀ ਰਹਿਣ ਦੇ, ਹੁਣ ਦਫਾ ਕਰ, ਉਹਨੂੰ ਭੁੱਲ ਜਾ। ਹੁਣ ਐਵੇਂ ਕਹੋ ਰੌਲਾ ਪਾਈ ਜਾਂਦਾ ਇੱਥੇ ਬੈਠਾ। ਇਹ ਰੌਲਾ ਨਹੀਂ ਕਹਿੰਦਾ, ਐਕਚੁਅਲੀ ਇਹ ਅਫਸਰ ਹੈ ਮਿਲਟਰੀ ਦਾ। ਤੁਸੀਂ ਰਿਸਪੈਕਟ ਕਰੋ ਮੇਰੇ ਕਾਲਰ ਦੀ। ਕਿਸੇ ਦਾ ਜਾਣੀ ਕਿ ਅਫਸਰ, ਜਾਣੀ ਕਿ ਇੱਥੇ ਰਿਟਾਇਰ ਹੋਇਆ, ਜਾਣੀ ਕਿ ਅਮਰੀਕਾ ਡਸਨਟ ਮੈਟਰ ਰਿਟਾਇਰ ਹੋਇਆ ਨਹੀਂ ਹੋਇਆ, ਅਫਸਰ ਰਹੇ ਆ ਔਰ ਅਸੀਂ ਮਤਲਬ ਸਲੂਟ ਕਰ ਗਏ ਔਰ ਦੇਸ਼ ਕੌਮ ਦਾ ਰਖਵਾਲਾ ਰਿਹਾ ਆ। ਸਲੂਟ ਤਾਂ ਕਰਦੇ ਆ, ਦੇਸ਼ ਕੌਮ ਦਾ ਰਾਖਾ ਮੈਂ ਕਹਿੰਦਾ, ਪਰ ਇਹਨੂੰ ਤੀਵੀਂ ਤਾਂ ਸਾਂਭਣੀ ਨਹੀਂ ਆਈ। ਬੀ ਕੁਆਇਟ, ਪਲੀਜ਼ ਸ਼ਟ ਅਪ। Sorry to say that. ਜਿਹੜਾ ਬੰਦਾ ਸਾਡੀ ਜਿਹੜੀ ਕੌਮ ਹੈਗੀ ਐਕਚੁਅਲੀ ਡਿਵਾਈਡਡ, ਐਕਚੁਅਲੀ ਸਾਰੇ ਦੇ ਬਾਇਸਸ ਹੈਗੇ ਨੇ। I don't know whether don't say that, don't say to my caller that way, please excuse me। ਨਹੀਂ ਪਰ ਕਿੱਦਾਂ ਇਦਾਂ ਦੇ ਬੰਦੇ, ਜਾਨੀ ਕਿ ਮੈਨੂੰ ਤਾਂ ਇਦਾਂ ਦੇ ਬੰਦੇ 에ਅਰ ਤੇ ਨਹੀਂ ਹੋਣੇ ਚਾਹੀਦੇ। ਕਿਉਂ ਨਹੀਂ ਹੋਣੇ ਚਾਹੀਦੇ? they have rights to call me, please stop it। ਦੂਜੇ ਪਾਸੇ ਲਿਆ ਨਾ ਗੱਡੀ, ਦੂਜੇ ਪਾਸੇ ਵੀ ਕਾਰ ਕਰਾ ਨਾ। ਤੁਸੀਂ ਮੈਨੂੰ ਡਿਕਟੇਟ ਨਹੀਂ ਕਰ ਸਕਦੇ, ਮੈਨੂੰ ਤੁਸੀਂ ਡਾਇਰੈਕਸ਼ਨ ਨਹੀਂ ਦੇ ਸਕਦੇ, ਐਡਵਾਈਸ ਦੇ ਸਕਦੇ ਹੋ ਸਰ। ਡਾਇਰੈਕਸ਼ਨ ਨਹੀਂ, ਇੱਕੋ ਬੰਦਾ ਕਿਉਂ ਫੜ ਕੇ ਲਿਆਂਦਾ? ਦੂਜੇ ਪਾਸੇ ਲਿਆਓ, ਬੰਦੇ ਨੂੰ ਅਕਲ ਹੀ ਨਹੀਂ ਗੱਲ ਕਰਨ ਦੀ। ਤੁਸੀਂ ਕਿਉਂ ਸ਼ਬਦ ਵਰਤਦੇ ਹੋ ਐਸੇ? ਤੁਸੀਂ ਸਮਝਦਾਰ ਹੋ। ਕੁੜੀ ਨੂੰ ਲਿਆ ਕੇ ਆ ਨਾ। ਮੈਂ ਕੁੜੀ ਨੂੰ ਫੜ ਕੇ ਤੋਂ ਲਿਆਉਣਾ? ਮੈਂ ਕੁੜੀ ਨੂੰ ਕਿਡਨੈਪ ਥੋੜਾ ਕਰ ਲੂੰਗਾ। ਕੁੜੀ ਦੀ ਚੁਆਇਸ ਹੈ ਆਉਣਾ ਜਿਹੜਾ ਆਉਣਾ। ਇੱਕ ਮਿੰਟ ਇਹਨਾਂ ਦਾ ਜਵਾਬ ਦੇਣਾ। ਲਾਈਕ ਲੈਟ ਮੀ ਆਨਸਰ ਟੂ them। ਐਕਚੁਅਲੀ ਦੇਖੋ, ਜੇ ਕੁੜੀ ਨੇ ਮੇਰੇ ਨਾਲ ਰਹਿਣਾ ਨਹੀਂ ਤੂੰ ਆਈ ਕਿਉਂ ਫਿਰ ਇੱਥੇ? ਇਟਸ ਅ ਸਿੰਪਲ ਕੁਐਸਚਨ। ਜੋ ਨੂੰ ਮੇਰੇ ਨਾਲ ਰਹਿਣਾ ਹੀ ਨਹੀਂ, ਬੇਵਕੂਫ ਨੂੰ ਕਿੱਥੇ ਫੜ ਜਾਂਦਾ ਇੱਥੇ? ਡੋਨਟ ਸੇ ਦੈਟ। ਬਸ ਸਭ ਐਸਥੈਟਿਕ ਸੈਂਸ ਬਾਰੇ ਮੜਾ ਦੱਸੋ। ਇਹਨਾਂ ਨੂੰ ਬਿਲਕੁਲ ਨਹੀਂ ਗਈ। ਇਹਨਾਂ ਕਾਮਨ ਸੈਂਸ ਕੀ ਸੈਂਸ ਤੇ ਐਸਥੈਟਿਕ ਸੈਂਸ ਤੋਂ ਟੂ ਫਾਰ ਹੈ। ਫੜ ਕੇ ਲੈ ਆਉਨੇ ਆ। ਤੁਹਾਡੀ ਕਿੰਨੀ ਉਮਰ ਹੋ ਗਈ ਕਾਲਰ? ਤੁਹਾਡੀ ਕਿੰਨੀ ਉਮਰ ਦੱਸੋ। ਤੁਸੀਂ ਹਮੇਸ਼ਾ ਪੰਗੇ ਲੈਂਦੇ ਹੋ। ਪੰਗੇ ਚੰਗੇ ਨਹੀਂ ਹੁੰਦੇ ਦਾ ਹੋਸਟ ਨਾਲ। ਮੈਂ ਦੱਸਿਆ ਵੀ ਉਮਰਾਂ 'ਚ ਕੀ ਰੱਖਿਆ? ਨਹੀਂ ਤੁਸੀਂ ਮੈਨੂੰ ਦੱਸੋ ਕਿ ਕਿਸੇ ਵਿਅਕਤੀ ਨੂੰ ਤੁਸੀਂ ਇਹ ਸ਼ਬਦ ਵਰਤੇ ਚੰਗੀ ਗੱਲ ਹੈ? ਨਹੀਂ ਚੰਗੀ ਗੱਲ ਹੀ ਆ। ਇਹ ਇਦਾਂ ਦੇ ਬੇਵਕੂਫ ਕਿੱਥੋਂ ਫੜ ਕੇ ਲਿਆਉਂਦੇ ਤੁਸੀਂ? ਸੌਰੀ ਗੁਰਵਿੰਦਰ, ਸਾਡੇ ਇੱਥੇ ਕੁਝ ਲੋਕ ਮੈਂਟਲ ਨੇ, ਇਹਨਾਂ ਨੂੰ ਮੈਂਟਲ ਹਸਪੀਟਲ ਭੇਜੋ ਇਸ ਬੰਦੇ ਨੂੰ। ਮੈਂਟਲ ਤਾਂ ਤੂੰ ਜਾ। ਦੇਖੋ ਪੀੜ ਜਿਹਨੂੰ ਹੁੰਦੀ ਆ, ਜਿਹਦੇ ਦਿਮਾਗ ਨੂੰ ਨਹੀਂ ਪਤਾ ਹੁੰਦਾ ਹੈਗਾ। ਕੁੜੀ ਨੂੰ ਐਗਰੀ ਕਰਨਾ ਚਾਹੀਦਾ, ਉਹਨੂੰ ਮਿਲ ਗਿਆ। ਬਾਕੀ ਸਾਰੇ ਮੈਂਟਲ ਹੀ ਆ, ਕੀਤਾ ਹੈਗਾ। ਇਹ ਬੰਦਾ ਮੈਂਟਲ ਆ, ਇਹ ਮੈਂਟਲ ਡਿਕਲੇਅਰ ਕਰਨਾ ਸੀ। I have to say he is mental। ਹਾਂਜੀ ਨੰਬਰ 4 ਕਾਲਰ ਪਲੀਜ਼। ਹਾਂਜੀ ਬਖਸ਼ੀ ਸਾਹਿਬ ਕੀ ਔਰ ਨਿਊ ਜਰਸੀ ਤੋਂ ਬੋਲਦਾ ਜੀ। ਜੀ ਪ੍ਰੋਸੀਡ ਕਰੋ ਸਰ। ਆਈ ਇਹਦੇ ਨਾਲ ਹੋਇਆ ਧੋਖਾ ਜੀ।
ਉਹ ਜਨਾਨੀ ਨੇ ਸਿਰਫ USA ਆਣਾ ਸੀ। ਇਹ ਬਹੁਤ ਚਾਂਸ ਇਹੋ ਜਿਹੇ ਮੈਂ ਤੁਹਾਨੂੰ ਦੱਸ ਸਕਦਾ, ਜਿਹੜੇ ਬੰਦੇ ਕਾਲਰ ਬੋਲਦੇ ਆ ਇਹਨਾਂ ਨਾਲ ਹੋਈ ਨਹੀਂ ਕਦੇ ਜੀ, ਇਹਨਾਂ ਨਾਲ ਹੋਈ ਨਹੀਂ। ਆ ਕਿੰਨੀ ਬਦਤਮੀਜੀ ਵਾਲੀ ਗੱਲ ਹੈ ਜਾਨੀ ਸਾਹਿਬ, ਤੂੰ ਉੱਥੇ ਸਟੈਂਪ ਲਾ ਕੇ ਆਉਂਦਾ ਉੱਥੇ ਆਪਣੇ ਘਰ ਵੀ ਕੋਈ ਅੰਦਰ ਆਉਂਦਾ ਹੋਵੇ। ਪਰ ਮੈਨੂੰ ਸਮਝ ਨਹੀਂ ਆ ਰਹੀ ਕਿ ਤੁਸੀਂ ਕਿਉਂ ਇਸ ਤਰ੍ਹਾਂ ਲੈਂਗੁਏਜ ਵਰਤਦੇ ਨੇ ਜੀ। ਬਿਲਕੁਲ ਜੀ ਬਿਲਕੁਲ, ਅਰਸ਼ਾ ਤਰ੍ਹਾਂ ਇਹ ਬਿੱਲੀ ਜਿੱਦਾਂ ਬਿੱਲੀ ਹੁੰਦੀ ਹੈ ਨਾ, ਬਿੱਲੀ ਏਦਾਂ ਰਹਿੰਦੇ ਨੇ, ਬਾਹਰ ਆ ਕੇ ਬਣਦੇ ਨੇ ਸ਼ੇਰ। ਜਿਹੜੇ ਬੰਦੇ ਘਰ ਸ਼ੇਰ ਨੇ ਉਹ ਬਾਹਰ ਆ ਕੇ ਬਿੱਲੀ ਬਣਦੇ ਨੇ, ਬਲੀਵ ਮੀ। ਪਰ ਇਹਨਾਂ ਲੋਕਾਂ ਦਾ ਰਾਜ ਕੀ ਕਰਾਂ, ਮੈਂ ਤਾਂ ਸੈਕਿੰਡ ਟਾਇਰਡ ਹੋ ਗਏ ਲੋਕਾਂ ਤੋਂ। ਬਿਲਕੁਲ ਜੀ ਬਿਲਕੁਲ ਬਿਲਕੁਲ, ਇਹਨਾਂ ਨੂੰ ਸੰਭਣੀ ਨਹੀਂ ਆਈ। ਉਹ ਤੂੰ ਆਪਣੀ ਨੂੰ ਨਾਲ ਬੰਨੀ ਫਿਰਦਾ। ਉਹ ਇੱਕ ਦੇਸ਼ ਕੌਮ ਦਾ ਰਖਵਾਲਾ ਰਿਹਾ ਹੈ ਔਰ ਮਿਲਟਰੀ ਵਿੱਚ ਸਰਵਿਸ ਕੀਤੀ ਹੈ ਔਰ ਰਿਟਾਇਰ ਹੋਇਆ ਹੈ ਔਰ ਰਿਸਪੈਕਟ ਹੈ। ਐਕਚੁਅਲੀ ਮੁਸਤਫਾ ਐਕਚੁਅਲੀ ਮੋਟੀਵੇਸ਼ਨ ਜਿਹੜੀ ਸੀਆਰਪੀ ਨੇ ਬਣਿਆ ਮੈਨੂੰ, ਮੈਂ ਕਾਊਂਟਰ ਇੰਟੈਲੀਜੈਂਸ ਹੈਡ ਵੀ ਮੇਰੇ 2 ਸਾਲ ਹੋਏ ਨੇ, ਕਿਉਂਕਿ ਮੈਂ ਬਾਹਰ ਦਾ ਪੈਦਾਇਸ਼ੀ ਹੈਗਾ। ਮੇਰਾ ਬਲਕਿ ਮੇਰੀ ਜਿਹੜੀ ਕਲੀਅਰੈਂਸ ਜਿਹੜੀ ਇਨਵੈਸਟੀਗੇਸ਼ਨ ਜ਼ਿਆਦਾ ਹੋਈ ਆ, ਤੁਹਾਨੂੰ ਉਸ ਤਰ੍ਹਾਂ ਮੈਨੂੰ ਪੁੱਛਿਆ ਕਿ ਮੈਂ US ਆਰਮੀ ਚ ਕਿਉਂ ਆਉਣਾ ਚਾਹੁੰਦਾ। ਦਵਿੰਦਰ ਜੀ ਮੇਰੀ ਗੱਲ ਸੁਣ ਲਓ। ਉਹ ਦਵਿੰਦਰ ਜੀ ਉਹਨੇ USA ਆਣਾ ਸੀ, ਦੈਟਸ ਮਾਈ ਐਕਸਪੀਰੀਅੰਸ। ਮੈਂ ਤੁਹਾਨੂੰ ਆਪਣਾ ਦੱਸਣਾ ਨਹੀਂ ਚਾਹੁੰਦਾ ਸਾਰੀ ਸਟੋਰੀ, ਸੇਮ ਥਿੰਗ ਹੀਅਰ। ਉਹਨੇ USA ਆਣਾ ਸੀ ਤੇ ਤੁਹਾਨੂੰ ਛੱਡਣਾ ਸੀ, ਤੁਸੀਂ ਉਹਨੂੰ ਭੁੱਲ ਜਾਓ, ਤੁਹਾਨੂੰ ਹੋਰ ਚੱਕਰ ਚ ਪਾਉਗੀ। ਜੋ ਤੁਸੀਂ ਕਰਨਾ, ਜਿਹੜਾ ਤੁਸੀਂ ਬਾਸੀ ਸਾਹਿਬ ਤੁਹਾਨੂੰ ਪੁੱਛਦੇ ਨਾ ਵੀ 2 ਸਾਲ ਤੁਸੀਂ ਉਹ ਕਰਿਆ ਜਾਂ ਨਹੀਂ ਕਰਿਆ, ਉਹ ਨਹੀਂ ਦੱਸ ਸਕਦਾ ਬਾਸੀ ਸਾਹਿਬ ਮੈਂ, ਕਿਉਂਕਿ ਬੜੇ ਬੜੇ ਵਕੀਲਾਂ ਤੱਕ। ਕਿਉਂਕਿ ਮੈਨੂੰ ਨਹੀਂ ਪਤਾ, ਮੈਨੂੰ ਗਿਆਨ ਨਹੀਂ ਹੈ ਤੁਹਾਡੇ ਦੇਸ਼ ਦਾ, ਕਿਉਂਕਿ ਮੈਂ ਤਾਂ ਕੈਨੇਡਾ ਵਿੱਚ ਰਹਿਣ ਦਾ ਵਿਅਕਤੀ ਹਾਂ ਔਰ ਹਿੰਦੁਸਤਾਨ ਦੇ ਕਾਨੂੰਨ ਦੇ ਮੁਤਾਬਕ ਮੈਂ ਇਹਦੀ ਮਦਦ ਕਰਨ ਤਿਆਰ ਹਾਂ। ਔਰ ਇਸ ਲੜਕੀ ਦੀ 420 ਦਾ ਮੈਂ ਮੁਕੱਦਮਾ ਜਿਹੜਾ ਚਲਾ ਦੂੰਗਾ ਔਰ ਮੈਂ ਇਹ ਵਾਅਦਾ ਕਰਦਾ। ਔਰ ਉਸ ਤੋਂ ਬਾਅਦ ਜਿਹੜਾ ਪਾਸਪੋਰਟ ਇੰਡੀਅਨ ਉਹ ਕੈਂਸਲ ਹੋ ਜਾਊਗਾ ਕਿਉਂਕਿ ਉਹਨੇ ਫਰਾਡ ਕੀਤਾ ਹੈ। ਦਵਿੰਦਰ ਭਾਈ ਜੀ ਮੇਰਾ ਤੁਸੀਂ ਫੋਨ ਨੰਬਰ ਲੈ ਲਓ, ਆਈ ਬੀਨ ਥਰੂ ਆਲਰੇਡੀ ਦਿਸ ਥਿੰਗ। ਥੈਂਕ ਯੂ ਸੋ ਮਚ ਕਾਲਰ, ਥੈਂਕਸ। ਨੈਕਸਟ ਕਾਲ ਪਲੀਜ਼। ਐਕਚੁਅਲੀ ਆਵਾਜ਼ ਬੜੀ ਹੌਲੀ ਆ ਰਹੀ ਹੈ, ਆਈ ਕਾਂਟ ਹੀਅਰ ਵੈਲ। ਓਕੇ, ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ ਹਾਂਜੀ ਬੋਲੋ ਜੀ, ਪ੍ਰੋਸੀਡ ਕਰੋ। ਤੁਹਾਡੀ ਆਵਾਜ਼ ਆ ਰਹੀ ਹੈ, ਜਿਹੜੇ ਕਾਲਰ ਹੈਗੇ ਉਹਨਾਂ ਦੀ ਆਵਾਜ਼ ਨਹੀਂ ਆ ਰਹੀ। ਅੱਛਾ, ਆਪਣਾ ਬਾਸੀ ਸਾਹਿਬ ਦੇਖੋ, ਆਪਣਾ ਰਿਸਪੈਕਟਡ ਬੰਦਾ ਹੈਗਾ, ਦੇਖੋ ਅਫਸਰ ਰਹਿ ਚੁੱਕਿਆ ਹੈ ਪੁਲਿਸ ਤੋਂ। ਉਹ ਕਾਲਰ ਨੂੰ ਮਾੜੀ ਮੋਟੀ ਚਲੋ ਸ਼ਰਮ ਚਾਹੀਦੀ ਹੈਗੀ, ਬੋਲਣ ਲੱਗਿਆ ਗੱਲ ਕਰ ਰਿਹਾ। ਜਿਹੜਾ ਤੇਰਾ ਕਾਲਰ ਹੈਗਾ ਪਹਿਲਾਂ ਤਾਂ ਬਸ ਨੂੰ ਬੰਦ ਕਰੋ। ਇਹ ਆਲ ਦਾ ਟਾਈਮ ਸਵੇਰੇ ਡਰਿੰਕ ਪੀ ਕੇ ਫੋਨ ਕਰਦਾ। ਇਹ ਆਲ ਦਾ ਟਾਈਮ ਸੈਂਸ ਨਹੀਂ ਬੋਲਣ ਦੀ ਹੈਗੀ, ਨਾ ਤੁਹਾਡੇ ਨਾਲ ਵੀ ਗੱਲ ਕਰਨ ਦੀ ਸੈਂਸ ਨਹੀਂ। ਦੂਜੀ ਗੱਲ, ਉਹ ਇਹ ਤਾਂ ਹੁਣ ਦੇਖੋ ਅਮਰੀਕਾ ਕੈਨੇਡਾ ਦੇ ਵਿੱਚ ਤਾਂ ਦੇਖੋ ਰਿਵਾਜ ਬਣ ਗਿਆ ਜੀ ਇਹ ਚੀਜ਼ ਦਾ। ਤੇ ਉਹ ਜਿੱਦਾਂ ਹੁਣ ਮਤਲਬ ਕੁੜੀਆਂ ਫਿਰ ਤੁਸੀਂ ਕਹਿ ਦਿੰਦੇ ਆ ਕਿ ਨਹੀਂ ਸਾਰੀਆਂ ਏਦਾਂ ਨਹੀਂ ਹੈਗੀਆਂ, ਇਹਨਾਂ ਨੂੰ 70-80% ਇਹ ਚੱਲੀ ਜਾਂਦਾ ਕੰਮ। ਉਹ ਇੱਥੇ ਮਤਲਬ ਇਹ ਸਿਰਫ PR ਤੱਕ ਦਾ ਹੈਗਾ, ਉੱਥੇ ਅਮਰੀਕਾ ਗ੍ਰੀਨ ਕਾਰਡ ਹੋ ਗਿਆ, ਇੱਥੇ PR ਦਾ ਕਾਰਡ ਹੋ ਗਿਆ, ਬਾਅਦ ਵਿੱਚ ਆਪਣਾ ਇੱਥੇ ਜਦੇ ਆ ਕੇ ਜੀ ਮੁੱਕਰ ਜਾਂਦੀਆਂ ਹੈਗੀਆਂ ਜੀ। ਇਹ ਕੰਮ ਇਹੀ ਹੈ ਜੀ। ਤੇ ਇਸ ਕਰਕੇ ਕਿ ਇਹਦੇ ਵਿੱਚ ਕੋਈ ਅਮੈਂਡਮੈਂਟ ਚਾਹੀਦੀ ਹੈਗੀ ਹੈ, ਇਹ ਆਪਣਾ ਇਹਨੂੰ ਬਿੱਲ ਲਿਆਉਣਾ ਚਾਹੀਦਾ ਹੈਗਾ। ਤੁਸੀਂ ਆਵਾਜ਼ ਚੱਕ ਸਕਦੇ ਹੈਗੀਆਂ, ਰੋਜ਼ ਸਟੋਰੀਆਂ ਤੁਸੀਂ ਲੈ ਕੇ ਆਉਂਦੇ ਆ, ਤੁਸੀਂ ਇਹਦੇ ਵਿੱਚ ਕੋਈ ਚੇਂਜਸ ਵੀ ਲਿਆਓ ਨਾ। ਥੈਂਕ ਯੂ ਸੋ ਮਚ ਗਵਰਨਮੈਂਟ ਨਾਲ ਗੱਲ ਕਰਕੇ, ਤੇ ਕਿਉਂਕਿ ਇਹ ਰੋਜ਼ ਦਾ ਕੰਮ ਇਹ ਰੋਜ਼ ਇਹ ਮਤਲਬ ਐਵਰੀਡੇ ਦਾ ਇਹ ਕੰਮ ਬਣ ਗਿਆ ਹੈਗਾ, ਤੇ ਇਹਦੇ ਚੇਂਜ ਚਾਹੀਦਾ ਹੈਗਾ, ਨਹੀਂ ਤਾਂ ਫਿਰ ਇਸ ਹਿਸਾਬ ਨਾਲ ਆਉਣ ਵਾਲਾ ਸਮਾਂ ਹੋਰ ਭਿਆਨਕ ਹੋ ਸਕਦਾ ਜੀ। ਥੈਂਕ ਯੂ ਸੋ ਮਚ ਕਾਲਰ, ਯੂ ਆਰ ਗ੍ਰੇਟ ਕਾਲਰ। ਔਰ ਦੱਸਿए कि मेरे पास सुनो ਟੈਲੀਵਿਜ਼ਨ ਤੇ ਮੈਂ ਦਿਖਾਉਣਾ ਤੁਹਾਨੂੰ ਚਾਹੁੰਦਾ ਜਿੰਨੇ ਤੁਸੀਂ ਅਮਰੀਕਾ ਆਪਣੇ ਤੁਸੀਂ ਆਸਟ੍ਰੇਲੀਆ ਤੋਂ ਕਾਲ ਕਰ ਰਹੇ ਹੋ। ਹਾਂਜੀ ਬਾਜੀ ਸਾਹਿਬ, ਜੱਸੀ ਬੋਲਦਾ ਜੀ, ਮੈਂ ਆਸਟ੍ਰੇਲੀਆ ਤੋਂ ਹਰ ਰੋਜ਼ ਕਾਲ ਕਰਦਾ ਨਾ ਤੁਹਾਨੂੰ ਮੈਂ ਜੀ। ਬੜੀ ਚੰਗੀ ਗੱਲ ਹੈ ਔਰ ਸਾਨੂੰ ਖੁਸ਼ੀ ਮਿਲਦੀ ਹੈ ਜਦੋਂ ਤੁਹਾਡੀ ਕਾਲ ਆਉਂਦੀ ਜੀ। ਬਾਜੀ ਸਾਹਿਬ ਜੀ, ਅੱਜ ਮੇਰੀ ਗੁੜੀਆ ਦਾ ਜਨਮ ਦਿਨ ਹੈ ਜੀ, ਸਾਂਝ ਢਿੱਲੋਂ ਜੀ। ਮੈਂ ਤੁਹਾਡੇ ਮੂੰਹ ਤੋਂ ਥੋੜਾ ਸੁਣਨਾ ਚਾਹੁੰਦਾ ਜੀ। ਕੀ ਨਾਮ ਬੱਚੇ ਦਾ ਨਾਮ ਕੀ ਹੈ? ਸਾਂਝ ਢਿੱਲੋਂ ਜੀ। ਸਾਂਝ ਢਿੱਲੋਂ ਦੇ ਜਨਮ ਦਿਨ ਤੇ ਅਸੀਂ ਜੱਸੀ ਜੀ ਅਤੇ ਇਹਨਾਂ ਦੀ ਮਿਸਿਸ ਨੂੰ, ਇਸ ਪਰਿਵਾਰ ਨੂੰ ਬਹੁਤ ਬਹੁਤ ਜਨਮ ਮੁਬਾਰਕ ਦੇ ਰਹੇ ਤੇ ਨਾਲ ਦੀ ਨਾਲ ਅਸੀਂ ਇਸ ਮੌਕੇ ਦੇ ਉੱਪਰ ਇੱਕ ਖੁਸ਼ੀ ਦਾ ਗੀਤ ਸਾਂਝਾ ਕਰ ਰਹੇ ਹਾਂ। ਹੈਪੀ ਬਰਥਡੇ, ਹੈਪੀ ਬਰਥਡੇ, ਗੁੱਡ ਲੱਕ ਫॉर ਯੂਰ ਕਿਡਸ। ਥੈਂਕ ਯੂ ਸੋ ਮਚ। ਥੈਂਕ ਯੂ ਬਾਸੀ, ਥੈਂਕ ਯੂ ਸੋ ਮਚ ਬਾਸੀ। ਅਗਲੀ ਕਾਲ ਪਲੀਜ਼। ਨੰਬਰ 2 ਕਾਲਰ ਪ੍ਰੋਸੀਡ ਕਰੋ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਉੱਚੀ ਬੋਲੋ ਥੋੜਾ ਜਿਹਾ ਵੀਰ ਜੀ, ਬੋਲੋ। ਹਾਂਜੀ ਮੈਂ ਭਾਈ ਨੂੰ ਪੁੱਛਣਾ ਚਾਹੁੰਦਾ ਜੀ ਕਿ ਇਹਨਾਂ ਦੀ ਜਿੱਦਾਂ ਅਰੇਂਜ ਮੈਰਿਜ ਹੋਈ ਆ, ਤੇ ਇਹਨੀ ਅਰੇਂਜ ਮੈਰਿਜ ਕਿਹਨੇ ਕਰਵਾਈ ਆ ਜੀ? ਇਹਨਾਂ ਦੇ ਜਿੱਦਾਂ ਕਹਿੰਦੇ ਨੇ ਕਿ ਮੰਮੀ ਹੁਣ ਇੰਡੀਆ ਰਹਿੰਦੇ ਨੇ, ਇਹਨਾਂ ਦੀ ਅਰੇਂਜ ਮੈਰਿਜ ਕਿਸਨੇ ਕਰਵਾਈ? ਇਹਨਾਂ ਨੇ ਨਿਊਜ਼ਪੇਪਰ ਵਿੱਚ ਜਿਹੜਾ ਆਪਣੇ ਸਿਰ ਦਿੱਤਾ ਸੀ ਤਾਂ ਇਹਨਾਂ ਦੀ ਅਰੇਂਜ ਮੈਰਿਜ ਸ਼ਾਦੀ ਹੋਈ। ਹੋਰ ਕੁਐਸਚਨ ਤੁਹਾਡਾ ਬੋਲੋ। ਤੇ ਇਹਨੀ ਜਿੱਦਾਂ ਕੁੜੀ 36 ਸਾਲ ਦੀ ਆ, ਜਿੱਦਾਂ ਇਹਨੀ ਪੁੱਛਿਆ ਨਹੀਂ ਪਹਿਲਾਂ ਕੁੜੀ ਨੂੰ ਵੀ ਹਾਂ ਤੇਰਾ ਪਹਿਲਾਂ ਵਿਆਹ ਕਿਉਂ ਨਹੀਂ ਹੋਇਆ ਜਾਂ ਕਿੱਦਾਂ? ਮੈਂ ਕੁੜੀ ਬਾਰੇ ਥੋੜਾ ਬਹੁਤਾ ਪਤਾ ਨਹੀਂ ਕੀਤਾ ਜਾਂ ਕੁੜੀ ਨਾਲ ਗੱਲਬਾਤ ਨਹੀਂ ਕਿਹਾ ਵੀ ਅਸੀਂ 4 ਦਿਨ ਘੁੰਮਦੇ ਰਹੇ? ਇਹਨਾਂ ਨੂੰ ਪੁੱਛਿਆ ਨਹੀਂ ਵੀ ਹਾਂ ਤੈਨੂੰ ਕੋਈ ਇੰਡੀਆ ਰਿਸ਼ਤਾ ਨਹੀਂ ਮਿਲਿਆ ਜਾਂ ਤੇਰੀ 36 ਸਾਲ ਦੀ ਉਮਰ ਹੋ ਗਈ? ਕਿਉਂਕਿ ਵੀਰ ਜੀ ਦਾ ਫੌਜ ਵਿੱਚ ਸੀਗੇ ਨਾ, ਉਹ ਤਾਂ ਓਬਵੀਅਸ ਆ ਕਿ ਫੌਜ ਲਈ ਕੰਮ ਕਰਦੇ ਸੀ। ਤੇ ਕੁੜੀ ਕੀ ਕਰਦੀ ਸੀਗੀ ਇੰਡੀਆ, ਜਾਂ ਉਹਨੂੰ ਵਿਆਹ ਕਿਉਂ ਨਹੀਂ ਕਰਵਾਇਆ? ਇਹ ਗੱਲਾਂ ਨਹੀਂ ਹੋਈਆਂ ਇਹਨਾਂ ਤੋਂ? ਹਾਂਜੀ, ਮੈਂ ਲੈਟ ਮੀ ਆਨਸਰ ਦੈਟ। ਹਾਂਜੀ, ਥੈਂਕਸ ਸੋ ਮਚ ਫॉर ਰਿਸਪੋਂਡਿੰਗ। ਐਕਚੁਅਲੀ ਮੈਂ ਪੁੱਛਿਆ ਸੀ
ਐਂਡ ਐਕਚੁਅਲੀ ਮੈਂ ਇੱਕ ਕਿਉਂਕਿ ਮੈਂ ਡਿਫਰੈਂਟ ਬੈਕਗ੍ਰਾਉਂਡ 'ਚ ਆ ਰਿਹਾ ਹਾਂ। ਕੁੜੀ ਦਾ ਪਾਸਟ ਮੈਂ ਮੈਂ ਇੰਨਾ ਇੰਟਰਸਟਡ ਨਹੀਂ ਸੀ, ਪਰ ਮੈਨੂੰ ਪੁੱਛਿਆ ਸੀ ਮੈਂ, ਐਂਡ ਉਹਨੇ ਕਿਹਾ ਕਿ ਉਹਨੂੰ ਕੋਈ ਚੰਗੇ ਮੁੰਡੇ ਪਸੰਦ ਨਹੀਂ ਆਏ ਨੇ। ਇੱਕ ਮੁੰਡਾ ਉਹਨੂੰ ਮਿਲਿਆ ਸੀ, ਲੇਕਿਨ ਉਹ ਅੰਮ੍ਰਿਤਧਾਰੀ ਸੀ, ਉਹ ਉਹਨੂੰ ਗੁੱਸਾ ਦੇ ਗਿਆ ਸੀ ਗਿਫਟ ਵੱਲ, ਤੇ ਉਹਨੂੰ ਉਹਦਾ ਅੰਦਾਜ਼ ਪਸੰਦ ਨਹੀਂ ਸੀ। ਬਾਅਦ 'ਚ ਉਹਨੂੰ ਇੱਕ IPS ਆਫਿਸਰ ਦਾ ਵੀ ਰਿਸ਼ਤਾ ਆਇਆ ਸੀ, ਪਰ ਉਹ ਮਜ਼ਬੀਆਂ ਦਾ ਹੈਗਾ ਸੀ, ਇਸ ਵਾਸਤੇ ਉਹਦੀ ਮੰਮੀ ਨੇ ਮਨਾ ਕਰਤਾ ਸੀ। ਉਹਦੇ ਪਹਿਲਾਂ ਕੈਨੇਡਾ ਤੋਂ ਵੀ ਰਿਸ਼ਤਾ ਆਇਆ ਸੀ, ਪਰ ਆਨਰ ਰਹੀ, ਇਸ ਵਾਸਤੇ ਉਹਦੀ ਮੰਮੀ ਨੇ ਮਨਾ ਕਰਤਾ। ਆਲ ਦਿਸ ਸੋ ਹਾਂਜੀ ਇਹਦਾ ਬਸ ਇਹਦਾ ਵਿਦੇ ਲੱਗਦਾ ਵੀ ਕੁੜੀ ਗਲਤ ਆਵੇ, ਕਿਉਂਕਿ ਉਹਦੀ ਮਾਂ ਹੀ ਸਾਰਾ ਕੁਝ ਕਰੀ ਜਾਂਦੀ ਸੀ, ਵੈਸੇ ਕਰੀ ਜਾਂਦੀ ਸੀ ਬਈ ਹਾਂ ਇਹਦੇ ਨਾਲ ਨਹੀਂ ਕਰਨਾ, ਇਹਦੇ ਨਾਲ ਨਹੀਂ ਕਰਨਾ, ਕਿਉਂਕਿ ਉਹ ਤਾਂ ਪਹਿਲੇ ਹੀ ਨਹੀਂ ਸੋਚਿਆ ਹੋਇਆ ਸੀਗਾ ਸਾਰਾ ਕੁਝ। ਥੈਂਕ ਯੂ ਸੋ ਮਚ। ਕੁੜੀ ਗਲਤ ਲੱਗਦੀ। ਥੈਂਕਸ। ਦੱਸਿਓ ਕਿ ਤੁਸੀਂ ਨੰਬਰ 5 ਕਾਲਰ ਲਾਈਨ ਤੇ ਹੋ। ਹਾਂਜੀ ਬਾਦਸ਼ਾਹ ਸਾਹਿਬ ਕੀ ਹਾਲ? ਮੈਂ ਲਾਈਨ ਤੇ ਹਾਂ। ਹਾਂਜੀ ਤੁਸੀਂ ਲਾਈਨ ਤੇ ਹੋ, ਪਲੀਜ਼ ਤੁਸੀਂ 1 ਤੇ ਹੋ ਜੀ। ਨੰਬਰ ਮੇਰੇ ਕਾਲਰ ਨੇ ਸਤਿਕਾਰਯੋਗ ਰਿਸਪੈਕਟਡ ਕਾਲਰ 5 에ਅਰ ਤੇ ਹੋ ਤੁਸੀਂ ਜੀ। ਬਾਦਸ਼ਾਹ ਸਾਹਿਬ ਆਵਾਜ਼ ਆ ਰਹੀ ਹੈ ਜੀ? ਆਪ ਜੀ ਲਾਈਨ ਤੇ ਸਰ। ਹਾਂਜੀ ਮੈਂ ਬਾਦਸ਼ਾਹ ਸਾਹਿਬ ਪਹਿਲਾਂ ਵੀ ਫੋਨ ਕੀਤਾ ਸੀ, ਤੁਸੀਂ ਫੋਨ ਨਹੀਂ ਕਰਤਾ, ਆਪਣੇ ਗੱਲ ਕੰਪਲੀਟ ਹੀ ਨਹੀਂ ਕਰਨ ਦਿੱਤੀ। ਮੈਂ ਗੱਲ ਇਹ ਕਰਨਾ ਚਾਹੁੰਦਾ ਸੀਗਾ ਵੀ ਭਾਈ ਸਾਹਿਬ ਹੁਣ TV ਤੇ ਆਏ ਨੇ, ਇਹਨਾਂ ਨੂੰ ਡੈਫੇਮੇਸ਼ਨ ਲਾਸੂਟ ਦੇ ਬਾਰੇ ਪਤਾ ਕੁਝ ਕੀ ਹੁੰਦਾ ਆ? ਇਹ ਬਗੈਰ ਲੜਕੀ ਆਏ ਤੋਂ ਇੰਨੀ ਬੇਇੱਜ਼ਤੀ ਕਰੀ ਜਾਂਦੇ ਨੇ ਉਹਨਾਂ ਦੀ, ਇਹਨਾਂ ਨੂੰ ਪਤਾ ਹੈ ਉਹਨਾਂ ਨੇ ਮਿਲਟਰੀ ਚ ਕੀ ਇਹਨਾਂ ਮੁੜ ਕੇ ਕਿਤੇ ਵੀ ਨਹੀਂ ਜੌਬ ਮਿਲਦੀ ਇਹਨਾਂ ਨੂੰ। ਕਿ ਇਹਨਾਂ ਦੀ ਪਰਸਨਲ ਲਾਈਫ ਹੈ, ਤੁਸੀਂ ਇਹਨਾਂ ਨੂੰ ਡਿਕਟੇਟ ਨਹੀਂ ਕਰ ਸਕਦੇ। ਔਰ ਤੁਸੀਂ ਐਡਵਾਈਸ ਹੈ ਡੈਫੇਮੇਸ਼ਨ ਲਾਸੂਟ ਜਿਹੜਾ ਹੁੰਦਾ, ਅਗਰ ਲੜਕੀ ਨੇ ਇਹਨਾਂ ਤੇ ਕਰਤਾ ਨਾ ਵੀ ਤੁਸੀਂ ਮੇਰੀ ਲਾਈਵ ਬੇਇੱਜ਼ਤੀ ਕੀਤੀ ਹੈ ਰੇਡੀਓ ਦੇ ਉੱਤੇ, TV ਦੇ ਉੱਤੇ, ਤੇ ਇਹਨਾਂ ਨੂੰ ਕਿਤੇ ਵੀ ਨਹੀਂ ਮੁੜ ਕੇ ਜੌਬ ਮਿਲਣੀ। ਵੈਲ ਇਹਨਾਂ ਦੀ ਆਪਣੀ ਚੁਆਇਸ ਹੈ, ਔਰ ਇਹ ਆਪਣੀ ਸੁਣੋ ਗੱਲ, ਜਿਹੜਾ ਮੀਡੀਆ ਸੁਣੋ ਤੁਸੀਂ ਸੁਣੋ ਗੱਲ, ਇਹ ਆਪਣੀ ਜ਼ਿੰਦਗੀ ਵਿੱਚ ਜਿਹੜੀ ਬੀਤੀ ਹੈ ਉਹ ਦੱਸ ਰਹੇ ਨੇ। ਇਸ ਲਾਇਬਿਲਿਟੀ ਜਾਂ ਡੈਫੇਮੇਸ਼ਨ ਕੇਸ ਦੀ ਕੋਈ ਮੈਟਰ ਨਹੀਂ, ਕੋਈ ਗੁੰਜਾਇਸ਼ ਨਹੀਂ ਹੈ। ਇਹ ਮੀਡੀਆ ਦੇ ਕੋਲ ਰਾਈਟਸ ਨੇ ਕਿ ਅਸੀਂ ਕਿਸੇ ਦਰਵਾਜ਼ੇ ਤੇ ਆਪ ਨਹੀਂ ਗਏ, ਸਾਨੂੰ ਕਾਲ ਕੀਤਾ ਗਿਆ ਤੇ ਇਹਨਾਂ ਨੇ ਆਪ ਅਪਰੋਚ ਕੀਤਾ ਹੈ। ਸੈਕੰਡ ਥਿੰਗ, ਉਹ ਕਹਿ ਰਹੇ ਨੇ ਸੋ ਹੀ ਇਜ਼ ਅ ਰਿਸਪੌਂਸਿਬਲ ਪਰਸਨ, ਉਹ ਸਰਵ ਕਰ ਚੁੱਕੇ ਨੇ ਮਿਲਟਰੀ ਵਿੱਚ। ਤੁਸੀਂ ਪਹਿਲਾਂ ਵੀ ਜਦੋਂ ਕਾਲ ਕੀਤਾ ਸੀਗਾ, ਤੁਸੀਂ ਜੇ ਆਪਣੀ ਇਨਸਲਟ ਕਰਾਉਣ ਆਏ ਹੋ, ਜਿਸ ਕਰਕੇ ਲਾਈਨ ਨੂੰ ਮੈਂ ਡਿਸਕਨੈਕਟ ਕੀਤਾ ਸੀ ਕਾਲਰ। ਫॉर योर काइंड इन्फॉर्मेशन, आई नो what I'm doing. I'm running this business last 40 years. Maybe you didn't born since the time. ਪੰਜਾਬੀ ਭਾਸ਼ਾ 'ਚ ਤੁਹਾਡਾ ਜਨਮ ਨਹੀਂ ਹੋਇਆ ਹੋਣਾ, ਜਦੋਂ ਮੈਂ ਬ੍ਰਾਡਕਾਸਟਿੰਗ ਵਿੱਚ ਹਾਂ ਤੇ ਮੈਂ ਪੂਰੇ ਆਪਣੇ ਹੱਕਾਂ ਦੀ ਵਰਤੋਂ ਕਰਦਾ ਹੋਇਆ ਤੁਹਾਡੇ ਹੱਕਾਂ ਨੂੰ, ਅਧਿਕਾਰਾਂ ਨੂੰ ਮੈਂ ਸਤਿਕਾਰ ਦਿੰਦਾ ਹਾਂ। I have to go next call. Next call, please. And don't try to teach me, please. ਬਾਸੀ ਸਾਹਿਬ ਜੀ, ਮੈਨੂੰ ਟੀਚਰ ਦੀ ਲੋੜ ਨਹੀਂ ਹੈ, ਮੈਂ ਖੁਦ ਆਪ ਪੜ੍ਹਾ ਰਿਹਾ ਤੇ ਪੜ੍ਹਾਈ ਨੇ ਸਟੂਡੈਂਟ ਬਹੁਤ ਸਾਰੇ ਇੱਥੇ ਬੱਚੇ ਡੀਡੀ ਚਲਾ ਰਹੇ ਨੇ, ਇਹ ਮੇਰੇ ਬੱਚੇ ਨੇ। ਹਾਂਜੀ, ਇਹਨਾਂ ਵਿੱਚ ਬਹੁਤ ਸਾਰੇ ਨਲਾਇਕ ਸੀਗੇ, ਕੱਢੇ ਸੀ ਮੈਂ ਆਪ, ਤਾਂ ਕਈਆਂ ਨੇ ਮੈਂ ਕਢਾਇਆ ਵੀ ਹੈ। ਹਾਂਜੀ ਨੰਬਰ 4 ਜੀ, ਤੁਸੀਂ ਲਾਈਨ ਤੇ ਹੋ। ਮੈਂ ਤਾਂ ਇਹ ਗੱਲ ਕਹਿਣੀ ਚਾਹੁੰਦਾ ਵੀ ਮੈਂ ਤੁਹਾਨੂੰ ਅੱਗੇ ਵੀ ਕਰਦਾ ਰੋਜ਼ ਤਕਰੀਬਨ, ਇਹ ਜਿਹੜੇ ਮੈਂ ਰੋਜ਼ ਦੇਖਦਾ ਵੀ ਜਿਹੜੇ ਕਾਲ ਕਰਦੇ ਕਈ, ਹਰ ਇੱਕ ਨੂੰ ਮੈਂ ਕਹਿੰਦਾ ਵਕੀਲ ਬਣ ਜਾਂਦੇ, ਆਪੇ ਸਵਾਲ ਜਵਾਬ ਕਰਕੇ ਉਹਨਾਂ ਨੂੰ ਸਵਾਲ ਕਰਨ ਦਾ ਕੋਈ ਮਤਲਬ ਨਹੀਂ। ਇਹ ਤਾਂ ਵਿਚਾਰਾ ਮੁੰਡਾ ਆਇਆ ਜਿਹੜਾ ਕਾਲ TV ਤੇ ਤੁਹਾਨੂੰ ਕਾਲ ਕਰੀ ਹੈ, ਸਾਹਮਣੇ ਬੈਠਾ ਹੈ, ਇਹ ਤਾਂ ਆਪਣਾ ਮਸਲਾ ਹੱਲ ਕਰਨ ਲਈ ਆਇਆ, ਉਹਦੇ ਮਸਲੇ ਦਾ ਕੋਈ ਹੱਲ ਦੱਸੋ ਕਿ ਕੀ ਹੋਣਾ ਚਾਹੀਦਾ। ਸਵਾਲ ਤਾਂ ਇਹ ਕਿ ਤੁਸੀਂ ਦੱਸੋ ਕਿ ਭਾਈ ਕਰੇ ਕੀ ਲੜਕਾ ਇਹ ਸਾਡੇ ਲੋਕ ਜਿਹੜੇ ਨੇ ਉਲਟੇ ਸਿੱਧੇ ਸਵਾਲ ਕਰਦੇ, ਮੈਂ ਹੈਰਾਨ ਇਹਨਾਂ ਲੋਕਾਂ ਤੋਂ। ਆਈ ਕੈਨ ਅੰਡਰਸਟੈਂਡ। ਮੈਨੂੰ ਬੜਾ ਗੁੱਸਾ ਆਉਂਦਾ ਜਿਹੜਾ ਉਲਟੇ ਸਿੱਧੇ ਜਵਾਬ। ਗੁੱਸਾ ਤਾਂ ਮੈਨੂੰ ਵੀ ਆਉਂਦਾ, ਹੁਣ ਮੈਂ ਹੈਲਪਲੈਸ ਹਾਂ, ਮੈਂ ਗੁੱਸੇ ਨੂੰ ਆਪਣੇ ਚ ਸਬਰ ਦਾ ਘੁੱਟ ਪੀ ਲੈਂਦਾ। ਮੈਂ ਰੋਜ਼ ਗੁੱਸਾ ਪੀਂਦਾ, ਇੰਨਾ ਗੁੱਸਾ ਜਿਹੜਾ ਆ ਮੈਂ ਰੋਜ਼ ਕਿਵੇਂ ਬਾਹਰ ਕੱਢਾਂ। ਤੁਹਾਨੂੰ ਤੁਸੀਂ ਫਿਰ ਵੀ ਜਿਹੜੀਆਂ ਇਹ ਜਿਹੀਆਂ ਗੱਲਾਂ ਸੁਣ ਕੇ ਪ੍ਰੋਗਰਾਮ ਚਲਾਈ ਜਾਂਦੇ ਆ, ਤੁਸੀਂ ਥੋੜਾ ਤਾਂ ਬਹੁਤ ਵਧੀਆ ਥੋੜਾ ਸੁਭਾਅ ਹੈ, ਪਰ ਇਹ ਲੋਕਾਂ ਨੂੰ ਵੀ ਚਾਹੀਦਾ ਸਵਾਲ ਜਵਾਬ ਨਹੀਂ ਕਰਨੇ ਚਾਹੀਦੇ, ਮਸਲੇ ਦਾ ਹੱਲ ਲੱਭਣਾ ਚਾਹੀਦਾ। ਕੋਈ ਨਾ ਕੋਈ ਵੀ ਗਲਤੀ ਇੱਕ ਕੁੜੀ ਕੱਢੀ, ਮੰਨਿਆ ਕੋਈ ਮੁੰਡਾ ਹੀ ਕੱਢੀ ਜਾਂਦਾ, ਇਹ ਗਲਤੀਆਂ ਤਾਂ ਉਹਨਾਂ ਦੋਹਾਂ ਤੇ ਹੋਈਆਂ ਵੀ ਆ, ਇਹ ਗਲਤੀਆਂ ਕੱਢਣ ਨਾਲੋਂ ਤਾਂ ਕੋਈ ਹੱਲ ਲੱਭੋ। ਹਾਂ, ਪਹਿਲੀ ਗੱਲ ਤਾਂ ਗੁਰਵਿੰਦਰ ਤੁਹਾਡੀ ਵੱਡੀ ਮਿਸਟੇਕ ਹੈ, ਜਦੋਂ ਤੁਹਾਨੂੰ ਕਹਿੰਦੀ ਸੀਗੀ ਇੰਡੀਆ 'ਚ ਬੈਠੇ ਨੂੰ ਕਿ ਜਿਹੜਾ ਸ਼ਬਦ ਮੈਂ ਦੁਬਾਰਾ ਵਰਤਣਾ ਨਹੀਂ ਚਾਹੁੰਦਾ, ਜਿਹੜਾ ਕਿ ਤੁਸੀਂ ਇੱਕ ਵਾਰ ਦੁਬਾਰਾ ਫਿਰ ਰਿਪੀਟ ਕਰੋ, ਹੋ ਸਕਦਾ ਕਿ ਲੋਕ ਨਵੇਂ ਜੁੜੇ ਨੇ। ਤੁਹਾਡੀ ਵਾਈਫ ਤੁਹਾਡੇ ਨਾਲ ਆਰਗੂ ਕਰਦੀ ਸੀ, ਤੁਹਾਨੂੰ ਹਰਾਸਮੈਂਟ ਦਿੰਦੀ ਸੀ, ਰੀਜਨ ਇਹ ਸੀਗਾ ਤੁਹਾਡੀ ਫਾਈਲ ਦਾ ਡਿਲੇ ਹੋਣਾ, ਕੋਵਿਡ। ਦੁਨੀਆ ਵਿੱਚ ਕੋਵਿਡ ਹੋਣ ਕਰਕੇ ਸਾਰੀਆਂ ਫਾਈਲਾਂ, ਸਾਰੇ ਬਿਜ਼ਨਸ ਠੱਪ ਰਹੇ ਨੇ, ਤਾਂ ਤੁਹਾਨੂੰ ਉਹ ਗੁੱਸਾ ਕਰਦੀ ਸੀ। ਤੁਹਾਨੂੰ ਕਿਹੜੇ ਸ਼ਬਦ ਵਰਤੀ ਸੀ, ਤੁਸੀਂ ਕੌਣ ਹੋ, ਦੁਬਾਰਾ ਬੋਲੋ, ਉਹ ਰਿਪੀਟ ਕਰੋ ਸ਼ਬਦ ਦੁਬਾਰਾ। ਇੱਕ ਮਿੰਟ ਮੇਰੀ ਗੱਲ ਸੁਣੋ ਪਹਿਲਾਂ ਵੀ ਮੇਰੇ ਬੱਚੇ, ਮੈਂ ਇੱਥੇ ਰਿਹਾ 15 ਸਾਲ ਇਕੱਲਾ ਕੈਨੇਡਾ, ਮੇਰੇ ਬੱਚੇ ਇੰਡੀਆ ਸੀਗੇ, ਤਾਂ ਕਿਹਾ ਮੇਰੀ ਵਾਈਫ ਨੇ
ਕੋਈ ਗਲਤ ਕੰਮ ਕਰਿਆ, ਕੋਈ ਨਹੀਂ ਕਰਿਆ, ਨਾ ਮੈਂ ਕੋਈ ਗਲਤ ਕੰਮ ਕਰਿਆ। ਮੇਰੇ ਵੱਲੋਂ ਕੈਨੇਡਾ 'ਚ ਮੈਂ ਹੋਰ ਵੀ ਕੰਟਰੀਆਂ 'ਚ ਮੈਂ ਕੋਈ ਉਂਗਲੀ ਕਰਕੇ ਕਰ ਦੇਵੇ ਵੀ ਇਹਨੇ ਇਹ ਕੰਮ ਕਰਿਆ, ਵੀ ਇਹ ਲੋਕ ਪਤਾ ਨਹੀਂ ਆਪੇ ਖੰਭ ਤੋਂ ਕਾਮ ਡਾਲਾ ਬਣਾ ਦਿੰਦੇ ਆ ਵੀ ਇਹ ਲੋਕਾਂ ਨੂੰ ਕੰਮ ਨਹੀਂ ਕੋਈ, ਇਹ ਚੁੱਪ ਕਰਕੇ ਆ ਜਾਂਦੇ ਆ। ਆਪਾਂ ਇਹ ਬੜੇ ਔਖੇ, ਇਹ ਜਿਹੜੇ ਬੰਦੇ ਏਅਰਪੋਰਟ ਤੇ ਫੁੱਲਾਂ ਦੇ ਹਾਰ ਪੈ ਜਾਂਦੇ, ਆਉਂਦਿਆਂ ਨੂੰ ਘਰ ਮਿਲ ਜਾਂਦੇ, ਇਹ ਬੜੇ ਸਵਾਲ ਜਵਾਬ ਕਰਦੇ ਆ। ਇਹ ਕੋਈ ਮਾਲਕ ਜਿਵੇਂ ਜਾਂ ਕੋਈ ਝਗੜਾ ਨਹੀਂ ਹੁੰਦਾ, ਇਹ ਝਗੜਾ ਦੋ ਕੇ ਕਰਾਉਂਦੇ ਆ। ਇਹ ਮੁੰਡੇ ਕੁੜੀ ਦੀ ਦੋਵਾਂ ਦੀ ਸੁਲ੍ਹਾ ਹੋ ਸਕਦੀ ਹੈ। ਹੁਣ ਤੁਸੀਂ ਵਿੱਚ ਆ ਕੇ ਕੁੜੀ ਨਾਲ ਗੱਲ ਕਰੋ, ਕੁੜੀ ਜੇ ਆਉਣਾ ਚਾਹੁੰਦੀ ਹੈ ਤਾਂ ਆਵੇ, ਜੇ ਨਹੀਂ ਆਉਣਾ ਚਾਹੁੰਦੀ ਤੁਹਾਡੇ ਨਾਲ ਗੱਲ ਕਰੇ ਵੀ ਅੰਕਲ। ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ, ਥੈਂਕ ਯੂ ਸੋ ਮਚ। ਐਕਚੁਅਲੀ ਮੈਨੂੰ ਇਹ ਨਹੀਂ ਪਤਾ ਜੇ ਵਾਪਸ ਆਊਗੀ ਤੇ ਫਿਰ ਪੁਲਿਸ ਬੁਲਾਊਗੀ ਕਿ ਨਹੀਂ, ਆਈ ਡੋਨਟ ਨੋ। ਲਾਈਕ ਆਈ ਮੀਨ ਕੱਲ ਗੁਰਵਿੰਦਰ ਹੈ, ਤੁਹਾਨੂੰ ਤੁਹਾਡੀ ਵਾਈਫ ਜਦੋਂ ਤੁਸੀਂ ਸਪਾਂਸਰ ਕੀਤਾ ਆ ਤਾਂ ਉਦੋਂ ਤੁਹਾਡੀ ਐਪਲੀਕੇਸ਼ਨ ਹੋਲਡ ਹੋ ਗਈ ਆ, ਮਤਲਬ ਡਿਲੇ ਹੋ ਗਈ, ਤਾਂ ਤੁਹਾਨੂੰ ਕਿਹੜਾ ਸ਼ਬਦ ਵਰਤੀ ਸੀ? ਲੋਕਾਂ ਦੱਸੋ ਕਿ ਤੁਹਾਨੂੰ ਕੀ ਕਹਿੰਦੀ ਸੀਗੀ, ਤੁਸੀਂ ਸਟਿਲ ਟੋਲਰੇਟ ਕੀਤਾ? ਹਰਾਮ ਜਾ ਰਿਹਾ ਤੁਹਾਡੇ ਘਰੇ, ਹਰਾਮ ਜਾ ਰਿਹਾ ਤੇਰਾ ਕਿਹੜੇ ਜਨਮ, ਉਹੀ ਹਰਾਮ ਜਾ ਗਾਲਾਂ ਕੱਢਦੀ ਹੁੰਦੀ ਕਿ ਤੂੰ ਡਿਲੇ ਕਰ ਰਿਹਾ, ਤੂੰ ਨਹੀਂ ਚਾਹੁੰਦਾ ਮੈਂ ਇੱਥੇ ਆਵਾਂ। ਲਾਈਕ ਬੇਸਿਕਲੀ ਨਹੀਂ, ਜਦੋਂ ਤੁਹਾਨੂੰ ਹਰਾਮਜ਼ਾਦਾ ਕਹਿੰਦੀ ਸੀਗੀ ਸ਼ਬਦ ਗੁਰਵਿੰਦਰ ਹੈ, ਤੁਸੀਂ ਉਸ ਵੇਲੇ ਆਪਣੀ ਮਦਰ ਲਾਅ ਨੂੰ ਤੇ ਮਦਰ ਨੂੰ ਆਪਣੀ ਫੈਮਿਲੀ ਨੂੰ ਦੱਸਿਆ ਸੀ ਕਿ ਮੈਨੂੰ ਇਹ ਸ਼ਬਦ ਬੋਲਦੀ ਹੈ ਤੇ ਮੈਂ ਇਹਨੂੰ ਸਪਾਂਸਰ ਨਹੀਂ ਕਰਦਾ? ਯੂ ਸ਼ੁਡ ਵਿਡਰਾ ਦੈਟ ਟਾਈਮ, ਯੂ ਟੁਕ ਵੈਰੀ ਬਿਗ ਮਿਸਟੇਕ। ਦਿਸ ਇਜ਼ ਬਲਾਈਂਡਰ ਮਿਸਟੇਕ ਹੈ। ਮੇਰੀ ਮਦਰ ਨੇ ਕਿਹਾ ਕਿ ਤੂੰ ਜੇ ਇਹਦਾ ਵੀਜ਼ਾ ਨਹੀਂ ਕਰੇਗਾ ਤੇ ਤੇਰੇ ਪਿਓ ਦੀ ਆਤਮਾ ਨੂੰ ਸ਼ਾਂਤੀ ਨਹੀਂ ਪਹੁੰਚੂਗੀ। ਐਂਡ I mean, like, and I was attached to my father because मैं ਜਦੋਂ ਮੇਰੇ father ਦੀ death ਹੋਈ ਸੀ ਮੈਂ ਹੀ attached ਮੈਂ college। I understand, ਪਰ ਤੁਹਾਡੀ ਮਦਰ ਨੂੰ you should understand ਹੈ ਕਿ ਮੈਨੂੰ ਇਹ ਗਾਲਾਂ ਕੱਢ ਰਹੀ ਹੈ, ਹਰਾਮਜ਼ਾਦਾ ਕਹਿੰਦੀ ਹੈ। ਮੈਂ ਹੈਰਾਨ ਹੈ ਕਿ ਪਤਨੀ ਦੇ ਵਿੱਚ ਕਰਤਨ ਭਾਂਡੇ ਖੜਕਦੇ ਨੇ, ਪਰ ਸ਼ਬਦ ਕਹਿਣਾ ਇਹ ਆਪਣੇ ਆਦਮੀ ਨੂੰ ਹਰਾਮਜ਼ਾਦਾ, ਉਹ ਤੇ ਨਾਲ ਕਿਵੇਂ ਰਹਿ ਸਕਦੀ ਸੀ? ਹਾਂਜੀ, ਮੇਰੀ ਭਾਬੀ ਨੇ ਵੀ ਕਿਹਾ ਲਾਈਕ ਯੂ نو ਲਾਈਕ ਇਹ ਆ ਕੇ ਸੁਧਰ ਜੂਗੀ, ਲਾਈਕ ਉਹ ਖੜੀ ਸਟ੍ਰੈਸ ਆਊਟ ਹੈਗੀ ਆ ਕਿਉਂਕਿ ਉਹ ਤੇਰੇ ਤੋਂ ਦੂਰ ਹੈਗੀ ਆ। ਉਹ ਮੇਰੇ ਘਰ ਵਾਲੇ ਨੂੰ ਵੀ ਕਹਿੰਦੀ ਸੀ ਕਿ ਮੈਂ ਗੁਰਵਿੰਦਰ ਕੋਲ ਜਾਣਾ, ਪਰ ਇੱਥੇ ਜਦੋਂ ਜਿਸ ਦਿਨ ਉਹਦਾ ਵੀਜ਼ਾ ਲੱਗਿਆ ਉਸੇ ਦਿਨ ਉਹਨੇ ਮੈਨੂੰ ਕਿਹਾ ਕਿ ਤੂੰ ਦੂਜਾ ਵਿਆਹ ਕਰ ਲਾ, ਮੈਂ ਉਸ ਵੋਟੀ ਦੇ ਐਪਲੀਕੇਸ਼ਨ ਮਨੀ ਮੈਂ ਪਾ ਦੂੰਗੀ। ਮੈਂ ਕਿਹਾ ਮੈਂ ਪੈਸੇ ਦਾ ਭੁੱਖਾ ਨਹੀਂ ਹੈਗਾ। ਇਹਦਾ ਮਤਲਬ ਕਿ ਤੁਹਾਡੇ ਨਾਲ ਉਹ ਸੈਟੀਸਫਾਈਡ ਨਹੀਂ ਸੀ ਤੇ ਤੁਹਾਨੂੰ ਪਿਆਰ ਨਹੀਂ ਕੀਤਾ ਉਹਨੇ, ਤੁਹਾਨੂੰ ਉਹਨੇ ਸਿਰਫ ਯੂਜ਼ ਕੀਤਾ ਹੈ ਅਮਰੀਕਾ ਆਉਣ ਦੀ ਖਾਤਰ। ਆਈ ਕੈਨ ਸੇ ਦੈਟ। ਹਾਂ, ਉਹਨੇ ਕਦੀ ਮੇਰੇ ਨਾਲ ਕਦੀ ਵੀ ਉਹਨੇ 15 ਮਿੰਟਾਂ ਤੋਂ ਜ਼ਿਆਦਾ ਗੱਲ ਨਹੀਂ ਕੀਤੀ। ਹਮੇਸ਼ਾ ਲਾਈਕ ਉਹ ਮੇਰੇ ਨਾਲ ਇਮੋਸ਼ਨਲੀ ਅਟੈਚਡ ਹੁੰਦੀ। ਉਹਨੇ ਲਾਈਕ ਸ਼ੀ ਕਾਲਡ ਯੂ অর ਯੂ ਕਾਲ ਹਰ? ਮੈਂ ਉਹਨੂੰ ਕਾਲ ਕਰਦਾ ਹੀ ਲਾਈਕ ਐਂਡ ਉਹ ਖਾਲੀ ਕਹਿੰਦੀ ਕਿ ਲਾਈਕ 10 ਮਿੰਟਾਂ ਕਾਲ ਕਰਕੇ ਕਹਿੰਦੀ ਕਿ ਲਾਈਕ ਯੂ نو ਦੁੱਧ ਵਾਲਾ ਆ ਗਿਆ, ਯੂ نو ਕੰਮ ਹੈਗਾ, ਸ਼ਾਪਿੰਗ ਜਾਣਾ, ਇਹ ਹੋ ਗਿਆ। ਉਹ ਜਦੋਂ ਤੁਹਾਡੇ ਨਾਲ ਗੱਲ ਕਰਦੀ ਸੀ ਤੁਸੀਂ ਕੱਟਦੇ ਸੀ ਫੋਨ ਜਾਂ ਉਹ ਕੱਟਦੀ ਸੀ? ਕਈ ਕੁਝ ਵਾਰ ਮੈਂ ਕੱਟ ਜਾਂਦਾ ਸੀ ਫਰਸਟ੍ਰੇਸ਼ਨ 'ਚ, ਕਈ ਵਾਰ ਉਹਨੇ ਵੀ ਮੇਰੇ ਮੂੰਹ ਤੇ ਫੋਨ ਮਾਰਿਆ ਹੋਇਆ, ਉਹਨੇ ਵੀ ਕੱਟਿਆ ਫੋਨ। ਤੁਹਾਨੂੰ ਟੱਚ ਕੀਤਾ, ਤੁਹਾਨੂੰ ਮਾਰਿਆ ਉਹਨੇ? ਨਹੀਂ, ਮੈਂ ਤੇ ਫੋਨ ਤੇ ਗਈ ਨਾ, ਮੈਂ ਤੇ ਇੱਥੇ ਗਈ। ਮੈਂ ਆਈ ਸੀ ਉਹ ਇੰਡੀਆ 'ਚ ਹੈਗੀ, ਮੈਂ ਅਮਰੀਕਾ 'ਚ ਗਈ। ਮੈਂ ਲਾਈਨ 'ਚ ਇਸ ਵੇਲੇ ਹੋਲਡ ਰੱਖੋ, ਲਾਈਨ 'ਚ ਅਸੀਂ